ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਤਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖ ਵਾਕ ਬਾਬਾ ਜੀ ਚੌਪਈ ਪੜੋ। ਚੌਪਈ ਸੁਨਹੁ ਨਾਥ ਹਮਰਾ ਇਹ ਜੋਗ ਪਾਏ ਪਰਮਾਤਮ ਜਾਏ ਵਿਯੋਗ। ਸਹਿਜ ਜੋਗ ਸੰਤਨ ਮਤ ਐਸੇ ਸੰਸੈ ਭਰਮ ਨਾ ਕੀਜੈ ਕੈਸੇ। ਸੁਨਹੁ ਨਾਥ ਹਮਰਾ ਇਹ ਜੋਗ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਉੱਪਰ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਸਤਿਗੁਰੂ ਜੀ ਦੇ ਮਹਾਨ ਪਵਿੱਤਰ ਅਸਥਾਨ 'ਤੇ ਸੱਜ ਕੇ ਆਪ ਦੀ ਸਿੱਖ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕੀਆਂ ਸੰਗਤਾਂ
ਬੜੇ ਹੀ ਪਿਆਰ ਦੇ ਨਾਲ ਆਪੋ ਆਪਣੇ ਸਥਾਨਾਂ ਤੇ ਬੈਠ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਸਰਵਣ ਕਰ ਰਹੇ ਹੋ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਹਾਜ਼ਰੀ ਨਿਭਾਉਂਦਿਆਂ ਹੋਇਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਸਤਿਗੁਰੂ ਗਰੀਬ ਨਵਾਜ ਧੰਨ 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 ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਨੂੰ ਧਾਰ ਰਹੇ ਹਨ। ਕੋਈ ਵੀ ਬਿਮਾਰ ਪੁਰਸ਼, ਰੋਗੀ ਪੁਰਸ਼, ਸੋਗੀ ਪੁਰਸ਼ ਆ ਕੇ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਦਾ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਮਾਤਰ ਨਾਲ ਹੀ ਉਹਦਾ ਭਲਾ ਹੋ ਜਾਂਦਾ ਜੀ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਿੱਚ ਇੰਨੀ ਵੱਡੀ ਕਿਰਪਾ ਹੈ ਸੰਗਤ ਜੀ, ਸ਼ੰਕਾ ਨਹੀਂ ਕਰਨਾ ਚਾਹੀਦਾ। ਜੇ ਕੋਈ ਧਿਆਨ ਨਾਲ ਤੇ ਪ੍ਰੇਮ ਨਾਲ ਮਹਾਰਾਜ ਦੇ ਦਰਸ਼ਨ ਕਰ ਲਵੇ ਨਾ, ਦਰਸ਼ਨ ਕਰਨ ਨਾਲ ਹੀ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਜੀ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਬਾਣੀ ਹੈ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਦੀ ਜੈ ਜੈਕਾਰ ਵਧੀ ਤੇ ਸੰਗਤ ਜੀ ਫਿਰ ਆਪ ਜੀ ਨੇ ਸਰਵਣ ਕੀਤਾ। ਜਿਹੜੇ ਸਿੱਧ ਨੇ ਨਾ ਜੀ, ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਥਾਂ ਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾਇਆ ਹੈ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਸੁਣ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ, ਪਰ ਮਨ ਵਿੱਚ ਇਹ ਇੱਛਾ ਹੈ ਵੀ ਗੁਰੂ ਸਾਹਿਬ ਦੀ ਪ੍ਰੀਖਿਆ ਲੈਣੀ ਹੈ। ਇੱਕ ਗੱਲ ਚੇਤਾ ਰੱਖਿਓ, ਤੁਸੀਂ ਹੁਣ ਕਥਾ ਸਰਵਣ ਕਰ ਰਹੇ ਹੋ ਸੰਗਤ ਜੀ, ਕਦੀ ਵੀ ਸਤਿਗੁਰੂ ਦੀ ਪ੍ਰੀਖਿਆ ਲੈਣ ਵਾਲਾ ਸੁਭਾਅ ਨਹੀਂ ਬਣਾਉਣਾ ਜੀ। ਗੁਰੂ ਸਾਹਿਬ ਦਾ ਟੈਸਟ ਨਹੀਂ ਲੈਣਾ ਜੀ ਵੀ ਮਹਾਰਾਜ ਜੇ ਇਹ ਕੰਮ ਕਰੋਗੇ ਤੇ ਮੈਂ ਇੰਝ ਕਰਨਾ, ਜਾਂ ਵੇਖੀਏ ਵੀ ਗੁਰੂ ਸਾਹਿਬ ਐਸਾ ਕਰ ਸਕਦੇ ਆ। ਤੇ ਸਾਧ ਸੰਗਤ ਐਸਾ ਕੰਮ ਕਰਨ ਵਾਲੇ ਨੂੰ ਫਿਰ ਦੁੱਖ ਵੀ ਹੁੰਦਾ ਜੀ। ਚਲੋ ਸਿੱਧਾਂ ਨੇ ਤੇ ਸ਼ਰਧਾ ਭਾਵਨਾ ਨਾਲ ਕੀਤਾ। ਇੱਥੇ ਜਰਮਨ ਤੋਂ ਇੱਕ ਗੁਰਮੁਖ ਪਿਆਰੇ ਆਏ, ਉਹਨਾਂ ਬਚਨ ਸੁਣਾਇਆ। ਕਹਿੰਦੇ ਇੱਕ ਬੜਾ ਤਰਕੀ ਬੰਦਾ ਜੀ ਵਿਦੇਸ਼ ਵਿੱਚ ਰਹਿੰਦਾ ਸੀਗਾ, ਉਹਨੇ ਆ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਸ਼ੰਕਾ ਕੀਤੀ। ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸੱਚੇ ਹੋ, ਗੁਰੂ ਰਾਮਦਾਸ ਜੀ ਜੇ ਸੱਚੇ ਹੋ ਤੇ ਮੇਰੇ ਦਿਮਾਗ 'ਚ ਕੋੜ ਕਿਰਲੀ ਪੈਦਾ ਹੋ ਜੇ ਜੀ। ਤੇ ਉਹਨੇ ਅਰਦਾਸ ਕਰਤੀ ਜੀ, ਜਾਂ ਅਰਦਾਸ ਵੀ ਨਹੀਂ ਕਹਿ ਸਕਦੇ, ਵੰਗਾਰ ਕਹਿ ਸਕਦੇ ਆ। ਤੇ ਉਹ ਇਸੇ ਤਰ੍ਹਾਂ ਹੋਇਆ ਜੀ। ਜਦੋਂ ਉਹ ਆਪਣੇ ਵਿਦੇਸ਼ ਵਿੱਚ ਚਲੇ ਗਿਆ, ਆਪਣੇ ਦੇਸ਼ ਵਿੱਚ ਚਲੇ ਗਿਆ, ਥੋੜ੍ਹੇ ਦਿਨਾਂ ਬਾਅਦ ਉਹਨੂੰ ਰੋਗ ਹੋਣੇ ਸ਼ੁਰੂ ਹੋ ਗਏ। ਟੈਸਟ ਕਰਾਇਆ ਤਾਂ ਉਹਦੇ ਦਿਮਾਗ ਦੇ ਵਿੱਚ ਕਿਰਲੀ ਬੈਠੀ ਹੋਏ ਜੀ। ਇਸ ਕਰਕੇ ਕਦੀ ਪ੍ਰੀਖਿਆ ਨਹੀਂ ਲੈਣੀ, ਸਿੱਧਾਂ ਦੀ ਕਮਾਈ ਹੈ। ਸਿੱਧ ਸ਼ਰਧਾ ਨਾਲ ਆਏ ਵੀ ਵੇਖੀਏ ਗੁਰੂ ਨਾਨਕ ਸਾਹਿਬ ਬੜੇ ਵੱਡੇ ਆ, ਕੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵੀ ਉਹਨੇ ਸਮਰੱਥ ਨੇ। ਆ ਕੇ ਨਮਸਕਾਰ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਨਾਲ ਬਚਨ ਸ਼ੁਰੂ ਕੀਤੇ ਜੀ। ਸਾਡੀ ਜੋਗ ਮੱਤ ਹੈ, ਜੋਗ ਮੱਤ ਦੇ ਨਾਲ ਉਪਦੇਸ਼ ਦਿਆ ਕਰੋ, ਇਸ ਤਰ੍ਹਾਂ ਕਰਿਆ ਕਰੋ, ਉਸ ਤਰ੍ਹਾਂ ਕਰਿਆ ਕਰੋ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਉਚਾਰਿਆ ਜੀ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੇ ਮੂੰਡ ਮੁੰਡਾਈਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋ ਕੀ ਕਹੀਐ ਸੋਈ। ਇਹ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ। ਸ਼ਬਦ ਦੇ ਅਰਥ ਵੀ ਆਪ ਜੀ ਨੇ ਕਥਾ ਵਿੱਚ ਸਰਵਣ ਕੀਤੇ ਸਨ। ਕਿਸ ਤਰੀਕੇ ਦੇ ਨਾਲ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਅਰਥ ਕੀਤੇ ਸੀ। ਮਹਾਰਾਜ ਨੇ ਆਖਿਆ ਵੀ ਚਿੰਨ ਪਾਉਣ ਨਾਲ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ ਜੀ। ਮੁੱਖ ਮਸਲਾ ਤੇ ਇਹੋ ਹੀ ਹੈ ਨਾ ਜੀ, ਵਾਹਿਗੁਰੂ ਵਿੱਚ ਲੀਨ ਹੋਣ ਦਾ। ਚਿੰਨ ਪਾਉਣ ਨਾਲ ਵਾਹਿਗੁਰੂ ਵਿੱਚ ਮਿਲਾਪ ਨਹੀਂ ਹੋ ਸਕਦਾ। ਜਿੰਨਾ ਚਿਰ ਤੱਕ ਮਾਇਆ ਤੋਂ ਰਹਿਤ ਨਹੀਂ ਬੰਦਾ ਹੁੰਦਾ ਜੀ। ਤੇ ਸ਼ਬਦ ਵਿੱਚ ਹੀ ਮਹਾਰਾਜ ਨੇ ਕਿਰਪਾ ਕੀਤੀ। ਸਤਿਗੁਰ ਭੇਟੈ ਤਾਂ ਸਹਸਾ ਟੂਟੈ, ਧਾਵਤ ਵਰਜ ਰਹਾਈਐ। ਜਦੋਂ ਗੁਰੂ ਸਾਹਿਬ ਮਨੁੱਖ ਨੂੰ ਮਿਲਦੇ ਆ ਤੇ ਫਿਰ ਭਾਵ ਜਦੋਂ ਮਨੁੱਖ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਂਦਾ ਹੈ,
ਇਹਦੇ ਵਾਸਤੇ ਪੂਰਬਲੇ ਭਾਗਾਂ ਦੀ ਲੋੜ ਹੈ, ਪੁੰਨਾਂ ਦੀ ਲੋੜ ਹੈ। ਫਿਰ ਜਾ ਕੇ ਸੰਗਤ ਜੀ ਇਹ ਮਨ ਜਿਹੜਾ ਹੈ ਟਿਕਾ ਵਿੱਚ ਆਉਂਦਾ ਹੈ ਜੀ। ਮਨ ਟਿਕਾ ਵਿੱਚ ਆਉਂਦਾ ਹੈ। ਜਿਹੜੇ ਸਾਧਨਾ ਕਰਦੇ ਆ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ, ਗੁਰਮੰਤਰ ਦਾ ਜਾਪ ਕਰਦੇ ਆ, ਮੂਲ ਮੰਤਰ ਦਾ ਜਾਪ ਕਰਦੇ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਮਨ ਜ਼ਬਰਦਸਤੀ ਬਾਹਰ ਦੌੜਦਾ ਜੀ। ਭਜਨ ਕਰਦਿਆਂ ਫਿਰ ਸਮਾਂ ਐਸਾ ਆਉਂਦਾ ਜੀ, ਪਹਿਲਾਂ ਤੇ 15-15 ਮਿੰਟ ਮਨ ਪਾਠ ਵਿੱਚ ਨਹੀਂ ਆਉਂਦਾ, ਫਿਰ ਸੰਗਤ ਜੀ 12 ਮਿੰਟਾਂ ਤੇ ਮਨ ਪਾਠ ਵਿੱਚ ਆਉਣ ਲੱਗ ਪੈਂਦਾ, ਹੌਲੀ ਹੌਲੀ 10 ਮਿੰਟਾਂ ਤੇ ਆਉਣ ਲੱਗ ਪੈਂਦਾ, ਭਾਵ 10 ਮਿੰਟ ਬਾਅਦ ਮਨ ਬਾਹਰ ਰਹਿੰਦਾ, ਹੌਲੀ ਹੌਲੀ ਟਾਈਮ ਘਟਦਾ ਜਾਂਦਾ ਜੀ, ਤੇ ਮਨ ਬਾਹਰ ਵਾਲੇ ਪਾਸਿਓਂ ਘਟਣਾ ਸ਼ੁਰੂ ਹੋ ਜਾਂਦਾ ਜੀ, ਤੇ ਸ਼ਬਦ ਵਿੱਚ ਟਾਈਮ ਵੱਧ ਹੋਣਾ ਸ਼ੁਰੂ ਹੋ ਜਾਂਦਾ ਜੀ। ਗੱਲ ਤੇ ਮਨ ਸੁਣੇ ਜੀ। ਭੋਜਨ ਉਹੋ ਹੀ ਲਾਭਦਾਇਕ ਹੈ ਜਿਹੜਾ ਅੰਦਰ ਚਲੇ ਗਿਆ ਜੀ। ਬਾਹਰ ਪਿਆ ਭੋਜਨ ਕਿਸੇ ਕੰਮ ਨਹੀਂ ਜੀ। ਕੱਲੇ ਮੁੱਖ 'ਚ ਪਿਆ ਹੋਇਆ ਭੋਜਨ ਕੀ ਹੈ? ਸਵਾਦ ਤਾਂ ਆਏਗਾ, ਪਰ ਸਾਧ ਸੰਗਤ ਦੀ ਤਤ ਉਦੋਂ ਹੀ ਬਣਨਾ ਜਦੋਂ ਅੰਦਰ ਜਾਏਗਾ। ਭਜਨ ਵੀ ਉਹ ਲਾਭਦਾਈ ਹੁੰਦਾ ਹੈ ਸੰਗਤ ਜੀ ਜਦੋਂ ਅੰਦਰ ਜਾਣ ਲੱਗ ਪੈਂਦਾ, ਫਿਰ ਅਵਸਥਾ ਬਣਦੀ ਹੈ। ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦਾ ਸਾਰਾ ਕੁਝ ਜੀ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਉਹਨਾਂ ਨੂੰ ਅਸਲੀ ਯੋਗ ਦੱਸਿਆ। ਹੁਣ ਇਹਦੇ ਤੋਂ ਅੱਗੇ ਜੋ ਕਥਾ ਵਿਚਾਰ ਹੈ ਉਹ ਆਪਾਂ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਸਰਵਣ ਕਰੀਏ। ਸਭ ਸਿੱਖ ਸੰਗਤ ਪਿਆਰ ਦੇ ਨਾਲ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਸੁਨਹੁ ਨਾਥ ਹਮਾਰਾ ਇਹ ਜੋਗ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਹੇ ਨਾਥ ਜੀ, ਕਿਉਂਕਿ ਗੋਰਖਨਾਥ ਆਇਆ, ਭੰਗਰਨਾਥ ਆਇਆ, ਚਰਪਟਨਾਥ ਆਇਆ। ਮਹਾਰਾਜ ਕਹਿਣ ਲੱਗੇ ਸਾਡਾ ਇਹੋ ਹੀ ਜੋਗ ਹੈ, ਗੁਰੂ ਨੂੰ ਮਿਲ ਕੇ ਸ਼ਬਦ ਦੀ ਕਮਾਈ ਕਰਨੀ। ਹਾਂਜੀ, ਪਾਏ ਪਰਮਾਤਮ ਜਾਏ ਵਿਯੋਗ। ਇਹ ਜੋਗ ਕਮਾਉਣ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਜੀ ਬੰਦੇ ਦਾ, ਵਿਛੋੜਾ ਖਤਮ ਹੋ ਜਾਂਦਾ। ਹਾਂਜੀ, ਸਹਿਜ ਜੋਗ ਸੰਤਨ ਮਤ ਐਸੇ। ਸੰਤਾਂ ਦੀ ਮਤ ਤੇ ਇਹੋ ਹੀ ਹੈ, ਸਹਿਜ ਜੋਗ। ਹੁਣ ਸਿੱਧ ਕਹਿੰਦੇ ਸਨ ਜਿੰਨੇ ਸੰਤ ਨੇ ਸਾਡੀ ਮਤ ਅਨੁਸਾਰ ਹੀ ਚੱਲੇ, ਪਰ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਦੱਸਿਆ, ਮਹਾਰਾਜ ਕਹਿੰਦੇ ਸੰਤਾਂ ਦੀ ਮਤ ਇਹੋ ਹੀ ਹੈ, ਸਹਿਜ ਜੋਗ ਕਰਨਾ ਜੀ। ਪ੍ਰੇਮ ਨਾਲ ਬਾਣੀ ਪੜ੍ਹਨੀ, ਪ੍ਰੇਮ ਨਾਲ ਪਰਮੇਸ਼ਰ ਦੀ ਆਰਾਧਨਾ ਕਰਨੀ ਜੀ, ਇਹਨੂੰ ਸਹਿਜ ਜੋਗ ਕਹਿੰਦੇ ਆ। ਹੱਠ ਜੋਗ ਜਿਹੜਾ ਉਹ ਪਿੱਛੇ ਜੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਵਿੱਚ ਆਏ ਸਨ ਜੋਗ। ਹੱਠ ਜੋਗ ਠੀਕ ਹੈ, ਕਰਨ ਵਾਲਿਆਂ ਨੂੰ ਪ੍ਰਾਪਤੀ ਹੁੰਦੀ, ਪਰ ਬੜੀ ਔਖੀ ਹੁੰਦੀ ਹੈ। ਪ੍ਰੇਮ ਜੋਗ ਜਿਹੜਾ ਹੈ ਨਾ, ਸਹਿਜ ਜੋਗ ਜਿਹੜਾ ਹੈ, ਇਹ ਸੰਗਤ ਜੀ ਬੜਾ ਸੁਖਾਲਾ ਹੈ। ਮਹਾਰਾਜ ਕਹਿੰਦੇ ਸੰਤਾਂ ਦੀ ਮੱਤ ਤੇ ਇਹੋ ਹੀ ਹੈ, ਪ੍ਰੇਮ ਨਾਲ ਬਾਣੀ ਪੜ੍ਹਨੀ, ਪ੍ਰੇਮ ਨਾਲ ਪਰਮੇਸ਼ਰ ਦੀ ਆਰਾਧਨਾ ਕਰਨੀ। ਹਾਂਜੀ, ਸੰਸੈ ਭਰਮ ਨਾ ਕੀਜੈ ਕੈਸੇ। ਇਸ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਸੰਤ ਨੇ ਨਾ, ਉਹ ਸ਼ੰਕਿਆਂ ਵਿੱਚ ਨਹੀਂ ਪੈਂਦੇ ਜੀ, ਜਿਹੜੇ ਪੱਕੇ ਹੋ ਜਾਂਦੇ ਜੀ। ਮਾਫ ਕਰਿਓ ਸੰਗਤ ਜੀ, ਆਮ ਬੰਦਾ ਛੇਤੀ ਭਰਮ 'ਚ ਪੈ ਜਾਂਦਾ, ਕਿਸੇ ਦੀ ਗੱਲ ਸੁਣ ਕੇ ਭਰਮ 'ਚ ਪੈ ਜਾਂਦਾ, ਉਹੋ ਜਿਹਾ ਹੋ ਜਾਂਦਾ ਜੀ। ਮਹਾਰਾਜ ਕਹਿਣ ਲੱਗੇ ਸੰਤ ਜਨ ਭਰਮ ਨਹੀਂ ਕਰਦੇ, ਸੰਸੈ ਭਰਮ ਨਾ ਕੀਜੈ ਕੈਸੇ। ਹੁਣ ਜਿਹੜੇ ਸਹਿਜ ਜੋਗ ਵਿੱਚ ਉਹ ਕਿਵੇਂ ਭਰਮ ਕਰਨ? ਹਾਂਜੀ, ਸ਼੍ਰੀ ਮੁਖ ਵਾਕ ਸ਼ਲੋਕ ਮਹੱਲਾ ਦੂਜਾ। ਹਾਂਜੀ, ਦੀਖਿਆ ਆਖ 부ਝਾਇਆ ਸਿਫਤੀ ਸੱਚ ਸਮੇਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਗੋਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਲੋਕ ਉਚਾਰਿਆ, ਉਹਨਾਂ ਸਿੱਧਾਂ ਨੂੰ ਸੁਣਾ ਕੇ, ਦੀਖਿਆ ਆਖ 부ਝਾਇਆ ਸਿਫਤੀ ਸੱਚ ਸਮੇਓ। ਜਿਨ੍ਹਾਂ ਨੂੰ
ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਸਿਖਾਇਆ ਹੋਵੇ ਤੇ ਪੜ੍ਹਾਇਆ ਹੋਵੇ ਜੀ, ਆਪ ਸਹੀ ਰਸਤੇ ਤੇ ਪਾਇਆ ਹੋਵੇ, ਹਾਂਜੀ, ਉਹ ਫਿਰ ਸੱਚੇ ਸਵਾਮੀ ਦੀਆਂ ਸਿਫਤਾਂ ਦੇ ਵਿੱਚ ਲੀਨ ਹੋ ਜਾਂਦੇ ਜੀ। ਉਹ ਨਹੀਂ ਇਹਨਾਂ ਕੰਮਾਂ ਵਿੱਚ ਪੈਂਦੇ ਜੀ। ਇੱਕ ਗੱਲ ਚੇਤਾ ਰੱਖਿਓ, ਚੰਗੇ ਉਸਤਾਦ ਦਾ ਪੜ੍ਹਾਇਆ ਹੋਇਆ ਵਿਦਿਆਰਥੀ ਜਿਹੜਾ ਹੈ ਨਾ ਜੀ, ਉਹ ਮਾਰ ਨਹੀਂ ਖਾਂਦਾ ਕਦੀ ਜੀ। ਜਿਹਦਾ ਉਸਤਾਦ ਚੰਗਾ ਹੈ, ਨੇਕ ਹੈ, ਉਹਨੇ ਆਪਣੇ ਵਿਦਿਆਰਥੀ ਨੂੰ ਪੂਰੀ ਲਗਨ ਨਾਲ ਪੜ੍ਹਾਇਆ ਹੋਵੇ, ਉਹ ਮਾਰ ਨਹੀਂ ਖਾਏਗਾ ਜੀ, ਦਾ ਵੀ ਨਹੀਂ ਖਾਏਗਾ ਜੀ। ਬਸ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਪੜ੍ਹਾਇਆ, ਸਿਖਾਇਆ ਤੇ ਪਰਮੇਸ਼ਰ ਦੀਆਂ ਸਿਫਤਾਂ ਕਰਨ ਦਾ ਤਰੀਕਾ ਦੱਸਿਆ। ਹਾਂਜੀ, ਤਿੰਨ ਕਉ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦੇਓ। ਤੁਸੀਂ ਉਹਨਾਂ ਨੂੰ ਕੀ ਮੱਤ ਦੇ ਰਹੇ ਹੋ ਆਪਣੀ, ਜਿਨ੍ਹਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸਤਿਗੁਰੂ ਹਨ, ਜਿਨ੍ਹਾਂ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਹਨ, ਉਹਨਾਂ ਨੂੰ ਕੋਈ ਕੀ ਸਿੱਖ ਮੱਤ ਦੇ ਸਕਦਾ ਹੈ? ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾਂ ਨੂੰ ਆਖਿਆ। ਚਉਪਈ ਇਮ ਸੁਨ ਸਿੱਧ ਭਏ ਸੋ ਪ੍ਰਸੰਨ। ਇਹ ਸੁਣ ਕੇ ਸਿੱਧ ਬੜੇ ਪ੍ਰਸੰਨ ਹੋਏ ਜੀ, ਸਿੱਧ ਬੜੇ ਖੁਸ਼ ਹੋਏ ਜੀ। ਹਾਂਜੀ, ਸ਼੍ਰੀ ਨਾਨਕ ਤੁਮ ਰੂਪ ਸੋ ਧਨ। ਤੇ ਹੱਥ ਜੋੜ ਕੇ ਕਹਿਣ ਲੱਗੇ ਜੀ, ਤੁਸੀਂ ਵੀ ਗੁਰੂ ਨਾਨਕ ਸਾਹਿਬ ਦਾ ਰੂਪ ਹੀ ਹੋ, ਤੁਸੀਂ ਵੀ ਗੁਰੂ ਨਾਨਕ ਸਾਹਿਬ ਦਾ ਰੂਪ ਹੋ, ਧੰਨ ਹੋ ਤੁਸੀਂ। ਹਾਂਜੀ, ਉਚਿਤ ਜਾਨ ਤੁਮ ਕੋ ਦਈ ਗਾਦੀ। ਐਵੇਂ ਨਹੀਂ ਤੁਹਾਨੂੰ ਗੁਰਤਾ ਗੱਦੀ ਦਿੱਤੀ, ਇੰਨੀ ਮਹਾਨ ਅਸਥਾਨ ਤੇ ਬਿਠਾਇਆ, ਤੁਸੀਂ ਉਚਿਤ ਹੋ, ਤੁਸੀਂ ਜੋਗ ਹੋ, ਜੋਗ ਜਾਣ ਕੇ ਤੁਹਾਨੂੰ ਗੱਦੀ ਦਿੱਤੀ ਉਹਨਾਂ ਨੇ ਆਪਣੀ। ਹਾਂਜੀ, ਸਿੱਖ ਉਧਾਰ ਹੋ ਕਰ ਅਹਲਾਦੀ। ਹੁਣ ਤੁਸੀਂ ਪ੍ਰਸੰਨ ਚਿੱਤ ਹੋ ਕੇ ਦੁਨੀਆ ਦਾ ਉਧਾਰ ਕਰੋ, ਸਿੱਖਾਂ ਦਾ ਉਧਾਰ ਕਰੋ। ਪਿਆਰਿਓ, ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਬਚਨ ਲਿਖਿਆ, ਤੇ ਕੁਝ ਵਿਦਵਾਨ ਗੁਰਮੁਖ ਪਿਆਰੇ ਇਹ ਵੀ ਦੱਸਦੇ ਆ ਵੀ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਜਦੋਂ ਨਮਸਕਾਰ ਕੀਤੀ ਨਾ, ਤੇ ਕਹਿੰਦੇ ਪੁਰਖਾ ਇੰਨੀ ਵੱਡੀ ਵਡਿਆਈ ਕਿਵੇਂ ਪ੍ਰਾਪਤ ਹੋ ਗਈ? ਤੇ ਗੁਰੂ ਅੰਗਦ ਦੇਵ ਜੀ ਨੇ ਹਉਮੈ ਵਾਲਾ ਬਚਨ ਨਹੀਂ ਕੀਤਾ ਵੀ ਮੈਂ ਬੜੀ ਸੇਵਾ ਕਰਦਾ ਸਾਂ। ਆਪਾਂ ਵੇਖ ਲਈਏ, 2 ਅੱਖਰਾਂ ਦਾ ਗਿਆਨ ਹੋ ਜੇ, ਹਉਮੈ ਵਾਲੀਆਂ ਗੱਲਾਂ ਸ਼ੁਰੂ ਜੀ। ਮੈਂ ਬੜੇ ਪੁਰਸ਼ ਦੇਖੇ ਆ, ਜਿਨ੍ਹਾਂ ਕੋਲ ਪੜ੍ਹੇ ਹੁੰਦੇ ਆ ਉਹਨਾਂ ਨਾਲ ਹੀ ਹਉਮੈ ਵਾਲੀਆਂ ਗੱਲਾਂ ਸ਼ੁਰੂ ਕਰ ਦਿੰਦੇ ਜੀ। ਪਰ ਇੱਕ ਗੱਲ ਚੇਤਾ ਰੱਖਿਓ, ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਕੋਈ ਹਉਮੈ ਵਾਲੀ ਗੱਲ ਨਹੀਂ ਕੀਤੀ। ਗੁਰੂ ਅੰਗਦ ਦੇਵ ਸਾਹਿਬ ਸਿੱਧਾਂ ਨੂੰ ਕਹਿਣ ਲੱਗੇ, ਭਾਈ ਮੈਨੂੰ ਕੁਝ ਨਹੀਂ ਸੀ ਪਤਾ, ਮੈਂ ਤਾਂ ਉਸ ਬੱਚੇ ਵਰਗਾ ਸਾਂ ਜਿਹੜਾ ਚਿੱਕੜ ਵਿੱਚ ਡਿੱਗ ਚੁੱਕਾ ਸੀ। ਸੁਣਿਓ ਮਹਾਰਾਜ ਦੀ ਨਿਮਰਤਾ। ਜਿਹੜਾ ਬੱਚਾ ਚਿੱਕੜ ਵਿੱਚ ਡਿੱਗ ਚੁੱਕਾ ਹੈ, ਮਾਂ ਕੀ ਕਰਦੀ ਹੈ? ਮਾਂ ਪਹਿਲਾਂ ਉਹਨੂੰ ਝਿੜਕਾਂ ਨਹੀਂ ਮਾਰਦੀ, ਮਾਂ ਜਾਂਦੀ ਹੈ ਚਿੱਕੜ ਚੋਂ ਕੱਢਦੀ ਹੈ, ਨਵਾਉਂਦੀ ਹੈ, ਧਵਾਉਂਦੀ ਹੈ, ਸਾਫ਼ ਕੱਪੜੇ ਪਾ ਕੇ ਬਿਠਾ ਦਿੰਦੀ ਹੈ। ਕਹਿਣ ਲੱਗੇ ਮੈਂ ਚਿੱਕੜ ਵਿੱਚ ਡਿੱਗਿਆ ਸਾਂ, ਗੁਰੂ ਨਾਨਕ ਸਾਹਿਬ ਨੇ ਮੇਰੇ ਤੇ ਮਿਹਰ ਕੀਤੀ, ਮੈਨੂੰ ਚਿੱਕੜ ਵਿੱਚੋਂ ਕੱਢਿਆ, ਇਸ਼ਨਾਨ ਕਰਾਇਆ, ਨਵੇਂ ਬਸਤਰ ਪਵਾ ਕੇ ਬਿਠਾ ਦਿੱਤਾ, ਇਹਦੇ ਤੋਂ ਵੱਧ ਮੈਨੂੰ ਕੁਝ ਵੀ ਨਹੀਂ ਆਉਂਦਾ। ਸਿੱਧ ਨਿਮਰਤਾ ਵੇਖ ਕੇ ਹੈਰਾਨ ਹੋ ਗਏ ਜੀ। ਤੇ ਸਾਧ ਸੰਗਤ ਫਿਰ ਕੀ ਕੀਤਾ ਸਿੱਧਾਂ ਨੇ? ਹਾਂ, ਕਰ ਆਦੇਸ਼ ਆਦੇਸ਼ ਚੱਲੇ ਹੈ। ਨਮਸਕਾਰ ਕਰਕੇ ਆਦੇਸ਼ ਆਦੇਸ਼ ਕਹਿ ਕੇ ਫਿਰ ਸਿੱਧ ਉੱਥੋਂ ਸਾਰੇ ਤੁਰ ਪਏ ਜੀ। ਹਾਂਜੀ, ਉੱਤਰ ਲੈ ਕਰ ਕਹਿਤ ਭਲਾ ਹੈ। ਤੇ ਉੱਤਰ ਸੁਣ ਕੇ ਪਤਾ ਕੀ ਕਹਿੰਦੇ ਆਪਸ ਵਿੱਚ? ਕਹਿਤ ਭਲੇ ਹੈ। ਕਹਿੰਦੇ ਜੀ ਬੜੇ ਚੰਗੇ ਨੇ ਗੁਰੂ ਅੰਗਦ ਦੇਵ ਸਾਹਿਬ, ਬੜੇ ਚੰਗੇ ਨੇ। ਹਾਂਜੀ, ਸ਼੍ਰੀ ਨਾਨਕ ਕਲ ਯੁਗ ਮਹਿ ਭਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਲ ਯੁਗ ਦੇ ਵਿੱਚ ਭਾਰੀ ਸੱਚੇ ਪਾਤਸ਼ਾਹ, ਭਾਰੀ ਗੁਰੂ, ਧਰ ਅਵਤਾਰ ਅਧਿਕ ਨਰ ਤਾਰੇ। ਜਿਨ੍ਹਾਂ ਨੇ ਅਵਤਾਰ ਧਾਰਨ ਕੀਤਾ ਕਲ ਯੁਗ ਦੇ ਵਿੱਚ।
ਤੇ ਪਤਾ ਨਹੀਂ ਕਿੰਨਿਆਂ ਕੁ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ। ਮਾਰਗ ਸਕਲ ਸਰਾਹਤ ਗਏ। ਤੇ ਮਾਰਗ ਸਕਲ ਸਰਾਹਤ ਗਏ, ਸਾਰੇ ਰਸਤੇ ਸਿੱਧ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਸਿਫਤਾਂ ਕਰਦੇ ਹੋਏ ਗਏ ਜੀ। ਸਿਫਤਾਂ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਿਆਰਿਓ, ਜੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕੀਤੀਆਂ, ਆਖਿਆ ਧੰਨ ਨਾਨਕ ਤੇਰੀ ਵੱਡੀ ਕਮਾਈ, ਤੇ ਪਿਆਰਿਓ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਵੀ ਸਿਫਤਾਂ ਕੀਤੀਆਂ ਜੀ। ਹਾਂਜੀ, ਉਚਿਤ ਲਖੇ ਨਿਜ ਥਲ ਥਿਤ ਕਏ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਯੋਗ ਪੁਰਸ਼ ਨੂੰ ਆਪਣੇ ਅਸਥਾਨ ਤੇ ਬਿਠਾਇਆ, ਆਪਣੀ ਗੱਦੀ ਤੇ ਬਿਠਾਇਆ। ਤੇ ਮੈਨੂੰ ਮਾਫ ਕਰਿਓ, ਮਹਾਰਾਜ ਗੁਰੂ ਅੰਗਦ ਦੇਵ ਸਾਹਿਬ 'ਚ ਬੜੀ ਨਿਮਰਤਾ ਮੈਂ ਵੇਖਿਆ ਜੀ। 2-4 ਅੱਖਰ ਸਿੱਖ ਲੈਣ ਬੰਦੇ ਜੀ, ਥੋੜਾ ਜਿਹਾ ਪਾਠ ਕਰਨਾ ਹੀ ਆ ਜੇ ਜੀ। ਹਾਂਜੀ, ਤੇ ਜਿਨ੍ਹਾਂ ਕੋਲੋਂ ਕਈ ਵਾਰੀ ਸਿੱਖੇ ਹੁੰਦੇ ਆ ਨਾ ਜੀ, ਅਗਲੇ ਉਹਨਾਂ ਅੱਗੇ ਵੀ ਹਉਮੈ ਧਾਰਨ ਕਰ ਲੈਂਦੇ ਜੀ। ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਹਉਮੈ ਦੀ ਗੱਲ ਹੀ ਕੋਈ ਨਹੀਂ ਜੀ। ਤੇ ਵਡਿਆਈ ਵੀ ਫਿਰ ਓਨੀ ਵੱਡੀ ਜੀ। ਬਸ ਇੱਕ ਗੱਲ ਦਾ ਚੇਤਾ ਰੱਖਿਓ, ਜਿੰਨੀ ਨਿਮਰਤਾ ਵੱਧ ਜੀ ਓਨੀਆਂ ਬਖਸ਼ਿਸ਼ਾਂ ਵੱਧ ਜੀ, ਓਨੀਆਂ ਹੀ ਬਖਸ਼ਿਸ਼ਾਂ ਵੱਧ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਕਹਿਣ ਲੱਗੇ ਐਵੇਂ ਥੋੜੀ ਇੰਨੀ ਵੱਡੀ ਵਡਿਆਈ ਦਿੱਤੀ ਹੈ। ਹਾਂਜੀ, ਇਮ ਸ਼੍ਰੀ ਅੰਗਦ ਉੱਤਰ ਦੀਨੇ। ਹਾਂਜੀ, ਸਿੱਖ ਚਾਹੋ ਦਿਸ ਵਿੱਚ ਆਪ ਅਸੀਨੇ। ਜਦੋਂ ਮਹਾਰਾਜ ਨੇ ਉੱਤਰ ਦਿੱਤਾ ਨਾ ਜੀ, ਤੇ ਸਾਰੇ ਪਾਸੇ ਸਿੱਖ ਬੈਠੇ ਹੋਏ ਸਨ ਮਹਾਰਾਜ ਦੇ। ਸਿੱਧ ਨਮਸਕਾਰ ਕਰਕੇ ਚਲੇ ਗਏ। ਇਧਰੋਂ ਸਿੱਧ ਬੜੇ ਖੁਸ਼ ਹੋਏ, ਉਧਰੋਂ ਗੁਰੂ ਦੇ ਸਿੱਖ ਬੜੇ ਖੁਸ਼ ਹੋਏ ਵੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਿੱਧ ਵੀ ਝੁੱਕ ਕੇ ਗਏ ਆ। ਹਾਂਜੀ, ਇਸ ਪ੍ਰਕਾਰ ਕੁਛ ਦਿਵਸ ਬਿਤਾਏ। ਇਸ ਤਰੀਕੇ ਨਾਲ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਹਨ। ਹਾਂਜੀ, ਦਿਨ ਪ੍ਰਤ ਬਿਦਤਹ ਜਗ ਅਧਿਕਾਏ। ਦਿਨੋਂ ਦਿਨ ਮਹਾਰਾਜ ਦੀ ਵਡਿਆਈ ਵੱਡੀ ਹੋ ਰਹੀ ਹੈ। ਦਿਨੋਂ ਦਿਨ ਜਗਤ ਵਿੱਚ ਪ੍ਰਸਿੱਧੀ ਵੱਧ ਰਹੀ ਹੈ, ਸੋਭਾ ਵੱਧ ਰਹੀ ਹੈ। ਹਾਂਜੀ, ਦਿੱਲੀ ਕਾ ਹੁਮਾਊ ਭਾਸਾਹੂ। ਇਧਰ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਭਾਗ ਲਾ ਰਹੇ ਆ। ਉਧਰ ਦਿੱਲੀ ਦੇ ਵਿੱਚ ਜਿਹੜਾ ਬਾਦਸ਼ਾਹ ਹੈ ਉਹਦਾ ਨਾਮ ਹਿਮਾਯੂ ਹੈ, ਬਾਬਰ ਤੋਂ ਬਾਅਦ। ਹਾਂਜੀ, ਭਇਓ ਰਾਜ ਵੱਡ ਸਭ ਜਗ ਮਾਹੂ। ਸਾਰੇ ਦੇਸ਼ ਦੀ ਉਹਨੇ ਬਾਦਸ਼ਾਹਤ ਕੀਤੀ ਜੀ। ਹਾਂਜੀ, ਦੁਵੈ ਭਰਾਤਾ ਪਠਾਨ ਵੱਡ ਸੂਰੇ। ਹਾਂਜੀ, ਵੱਡ ਉਮਰਾਵ ਸੋ ਕੀਨ ਹਦੂਰੇ। ਉਹਨੇ ਸੰਗਤ ਜੀ ਜਿੱਥੇ ਉਹ ਦਿੱਲੀ ਤੇ ਰਾਜ ਕਰ ਰਿਹਾ ਸੀ, ਉਸ ਸਮੇਂ 2 ਪਠਾਨ ਭਰਾ ਸਨ, ਬੜੇ ਬਹਾਦਰ ਸਨ, ਸੂਰਬੀਰ ਸਨ। ਉਹਨਾਂ ਦੋਵਾਂ ਪਠਾਣਾਂ ਨੇ ਵੱਡੇ ਵੱਡੇ ਹਾਕਮਾਂ ਨੂੰ ਆਪਣੇ ਅਧੀਨ ਕੀਤਾ ਸੀਗਾ ਜੀ। ਹਾਂਜੀ, ਬਿਗਰ ਪਰੇ ਦਿੱਲੀ ਪਤ ਸੰਗ। ਉਹ ਚਾਹੁੰਦੇ ਸਨ ਵੀ ਆਪਾਂ ਹੁਣ ਦਿੱਲੀ ਤੇ ਵੀ ਜਿੱਤ ਪ੍ਰਾਪਤ ਕਰੀਏ। ਉਹ ਜਿਹੜੇ ਦੋਵੇਂ ਭਰਾ ਸਨ ਉਹ ਫਿਰ ਹਿਮਾਯੂ ਨਾਲ ਟੱਕਰ ਲਾਈ ਜੀ ਉਹਨਾਂ ਨੇ। ਹਾਂਜੀ, ਸਰਬ ਠਾਨ ਚਾਹਤ ਭੇ ਜੰਗ। ਤੇ ਗਰਭ ਠਾਨ ਚਾਹਤ ਭੇ ਜੰਗ, ਹੰਕਾਰ ਕਰਕੇ ਨਾ ਜੀ ਜੰਗ ਕਰਨਾ ਚਾਹੁੰਦੇ ਜੀ ਉਹਦੇ ਨਾਲ। ਹਾਂਜੀ, ਏਕ ਸਲੇਮ ਸ਼ਾਹ ਤਿਸ ਨਾਮ। ਇੱਕ ਭਰਾ ਦਾ ਨਾਮ ਸੀਗਾ ਸਲੇਮ ਸ਼ਾਹ। ਹਾਂਜੀ, ਸ਼ੇਰ ਸ਼ਾਹ ਦੂਸਰ ਬਲ ਧਾਮ। ਤੇ ਦੂਸਰੇ ਦਾ ਨਾਮ ਸੀ ਸ਼ੇਰ ਸ਼ਾਹ। ਇਹਨੂੰ ਸ਼ੇਰ ਸ਼ਾਹ ਸੂਰੀ ਵੀ ਕਹਿੰਦੇ ਸਨ, ਸਲੇਮ ਸ਼ਾਹ ਸੂਰੀ ਤੇ ਸ਼ੇਰ ਸ਼ਾਹ ਸੂਰੀ। ਹਾਂਜੀ, ਆਕੀ ਦੁਰਗ ਪ੍ਰਯਾਗ ਕਰ ਲੀਨਾ। ਉਹਨਾਂ ਕੀ ਕੀਤਾ ਜੀ, ਉਹਨਾਂ ਬਗਾਵਤ ਕਰ ਦਿੱਤੀ ਜੀ। ਇਲਾਹਾਬਾਦ ਦਾ ਕਿਲਾ ਜਿਹੜਾ ਹਮਾਯੂ ਬਾਦਸ਼ਾਹ ਦੇ ਅਧੀਨ ਸੀਗਾ, ਉਹਨਾਂ ਉਹ ਕਿਲੇ ਤੇ ਕਬਜ਼ਾ ਕਰ ਲਿਆ। ਸਕਲ ਸਮਾਜ ਜੁੱਧ ਕੋ ਕੀਨਾ। ਤੇ ਸਭ ਲੋਕਾਂ ਨੂੰ ਜੰਗ ਵਾਸਤੇ ਤਿਆਰ ਕੀਤਾ, ਆਪਣੀ ਫੌਜ ਤਿਆਰ ਕੀਤੀ, ਆਪਣੀ ਬਰਾਦਰੀ ਤਿਆਰ ਕੀਤੀ, ਜੰਗ ਵਾਸਤੇ ਤਿਆਰ ਕੀਤਾ ਜੀ ਉਹਨਾਂ ਨੇ। ਹਾਂਜੀ, ਸੁਨ ਹਮਾਊ ਨੇ ਕੀਨ ਚੜਾਈ। ਉਧਰੋਂ ਹਿਮਾਯੂ ਨੂੰ ਪਤਾ ਲੱਗ ਗਿਆ ਕਿ ਮੇਰੇ ਰਾਜ ਦੇ ਵਿੱਚ ਆਉਂਦੇ ਇਲਾਹਾਬਾਦ ਦੇ ਕਿਲੇ ਨੂੰ ਦੋਵਾਂ ਭਰਾਵਾਂ ਨੇ ਆਪਣੇ ਅਧੀਨ ਕਰ ਲਿਆ, ਕਬਜ਼ਾ ਕਰ ਲਿਆ। ਹਮਾਯੂ ਨੇ ਜਦੋਂ ਇਹ ਗੱਲ ਸੁਣੀ, ਮੋਹ ਪੈ ਸੈਨਾ ਬਹੁ ਸਮੁਦਾਈ। ਵੀ ਨਾਲੇ ਤੇ ਅਧੀਨ ਕਰ ਲਿਆ, ਉੱਤੋਂ ਜੰਗ ਵੀ ਸ਼ੁਰੂ ਕਰ ਰਹੇ ਆ।
ਤੇ ਹਿਮਾਯੂ ਨੇ ਵੀ ਫਿਰ ਚੜ੍ਹਾਈ ਕਰ ਦਿੱਤੀ ਜੀ, ਉਹ ਵੀ ਬਾਦਸ਼ਾਹ ਸੀਗਾ। ਹਾਂਜੀ, ਤਿਨ ਕੇ ਨਿਕਟ ਅਲਪ ਹੀ ਅਹੇ। ਹਿਮਾਯੂ ਸੋਚਦਾ ਹੈ ਵੀ ਪਠਾਣਾਂ ਦੇ ਕੋਲ ਤੇ ਬੜੀ ਥੋੜੀ ਫੌਜ ਹੈ। ਹਾਂਜੀ, ਹਾਥੋਂ ਕ ਬਾਂਧੋ ਚੜ ਇਮ ਚਹੇ। ਤੇ ਮੈਂ ਹੁਣੇ ਚੜ੍ਹਾਈ ਕਰਕੇ ਤੇ ਉਹ ਥੋੜੀਆਂ ਫੌਜਾਂ ਵਾਲਿਆਂ ਨੂੰ ਮਾਰ ਦੇਣਾ। ਹਾਂਜੀ, ਪਹੁੰਚ ਪ੍ਰਯਾਗ ਜੰਗ ਕੋ ਠਾਨਾ। ਇਲਾਹਾਬਾਦ ਪਹੁੰਚ ਕੇ ਉਹਨਾਂ ਜੰਗ ਸ਼ੁਰੂ ਕਰ ਦਿੱਤੀ ਜੀ। ਹਾਂਜੀ, ਦੋਹੇ ਦਿਸ ਬਾਜੇ ਬਜੇ ਮਹਾਨਾ। ਦੋਵਾਂ ਪਾਸਿਓਂ, ਇਧਰ ਦੋਵੇਂ ਭਰਾ ਤੇ ਉਧਰ ਹਮਾਯੂ, ਦੋਵਾਂ ਪਾਸਿਓਂ ਜੰਗ ਦੇ ਨਗਾਰੇ ਵੱਜ ਗਏ। ਨਿਕਸੇ ਤਬ ਪਠਾਨ ਦੁਵੈ ਭਾਈ। ਦੋਵੇਂ ਪਠਾਨ ਭਰਾ ਵੀ ਜੰਗ ਵਿੱਚ ਆਏ। ਲਸ਼ਕਰ ਮਿਲਤੇ ਮਚੀ ਲੜਾਈ। ਲੜਾਈ ਸ਼ੁਰੂ ਹੋ ਗਈ ਦੋਵਾਂ ਵਾਹਿਗੁਰੂ ਦੋਵਾਂ ਪਾਸਿਆਂ ਤੋਂ, ਹਿਮਾਯੂ ਦੀ ਤੇ ਭਰਾਵਾਂ ਦੀ। ਤੇ ਲਸ਼ਕਰ ਮਿਲਦਿਆਂ ਹੀ ਲੜਾਈ ਮਚ ਉੱਠੇ। ਤਬਹਿ ਪਠਾਨ ਗਹੀ ਕਿਰਪਾਨ। ਪਠਾਣਾਂ ਨੇ ਹੱਥਾਂ ਵਿੱਚ ਤਲਵਾਰਾਂ ਫੜੀਆਂ ਸਨ। ਭਏ ਸੁਮੁਖ ਗਨ ਸੁਭ ਢਨ ਹਨ। ਤੇ ਸਨਮੁਖ ਹੋ ਕੇ ਸੂਰਮਿਆਂ ਨੂੰ ਫਿਰ ਅੱਗੇ ਵੱਧ ਕੇ, ਸੂਰਮਿਆਂ ਵਾਂਗੂ ਅੱਗੇ ਵੱਧ ਕੇ ਮੁਗਲਾਂ ਦੀ ਫੌਜ ਨੂੰ ਮਾਰਨ ਲੱਗੇ। ਕਾਹੋ ਕਹਾਂ ਲਗ ਜੁਧ ਅਖਾਰਾ। ਤੇ ਕਵੀ ਸੰਤੋਖ ਸਿੰਘ ਕਹਿੰਦੇ ਸੰਗਤ ਜੀ ਬੜਾ ਵੱਡਾ ਜੰਗ ਹੋਇਆ ਉੱਥੇ। ਕਿੱਥੋਂ ਤੱਕ ਮੈਂ ਤੁਹਾਨੂੰ ਦੱਸਾਂ ਜੰਗ ਦੇ ਮੈਦਾਨ ਵਿੱਚ ਕੀ ਕੀ ਹੋਇਆ। ਲੋਥੈ ਬਿਥਰੀ ਧਰਾ ਮਝਾਰਾ। ਬਸ ਉਹ ਐਸੀ ਜੰਗ ਹੋਈ ਜੀ, ਲਾਸ਼ਾਂ ਹੀ ਲਾਸ਼ਾਂ, ਲਾਸ਼ਾਂ ਹੀ ਲਾਸ਼ਾਂ। ਹਾਂਜੀ, ਜਬ ਹੈ ਬ੍ਰਿੰਦ ਤਰਵਾਰੈ ਚਾਲੀ। ਜਦੋਂ ਬਹੁਤ ਤਲਵਾਰਾਂ ਚੱਲੀਆਂ ਜੀ। ਹਾਂਜੀ, ਰੰਗ ਭੂਮਿਕਾ ਪਸਰੀ ਲਾਲੀ। ਜਬ ਹੈ ਬ੍ਰਿੰਦ ਤਲਵਾਰਾਂ ਚਾਲੀ, ਰੰਗ ਭੂਮਿਕਾ ਪਸਰੀ ਲਾਲੀ। ਉਹ ਪਠਾਣਾ ਨੇ ਤੇ ਧਰਤੀ ਲਾਲ ਕਰ ਦਿੱਤੀ ਜੀ ਇੱਕ ਵਾਰੀ। ਹਾਂਜੀ, ਗੱਲ ਕਹਿਣ ਦੀ ਵੱਖਰੀ ਹੁੰਦੀ ਆ, ਜਦੋਂ ਬੰਦਾ ਜੰਗ ਦੇ ਮੈਦਾਨ 'ਚ ਆਵੇ ਪਤਾ ਫਿਰ ਲੱਗਦਾ ਵੀ ਜਿੱਤ ਕਿਹਦੀ ਹੁੰਦੀ ਹੈ। ਹੁਣ ਹਿਮਾਯੂ ਕਹਿੰਦਾ ਸੀ ਸਾਡੇ ਬੰਦੇ ਬੜੇ ਆ, ਅਸੀਂ ਜ਼ਿਆਦਾ, ਇਹ ਇਕੱਲੇ ਆ। ਪਰ ਜਦੋਂ ਰੱਬ ਨੇ ਜਿੱਤ ਕਰਾਉਣੀ ਹੋਵੇ ਇਕੱਲੇ ਦੀ ਵੀ ਕਰਾ ਦਿੰਦਾ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਲਿਆ ਮੁਗਲਾਂ ਦੀ ਨੇਰੀ ਦਿੱਤੀ ਕਿ ਹਾਂਜੀ, ਪਾਤਸ਼ਾਹ ਕੋ ਲਸ਼ਕਰ ਭਾਰਾ ਭਾਗਾ। ਇੱਥੋਂ ਤੱਕ ਉਹਨਾਂ ਜੰਗ ਵਿੱਚ ਜ਼ੋਰ ਵਿਖਾਏ ਪਠਾਣਾ ਨੇ, ਹਮਾਯੂ ਦੀ ਫੌਜ ਭੱਜ ਉੱਠੀ ਜੀ, ਭਜਾ ਦਿੱਤੀ ਫੌਜ ਦੀ ਉਹਨਾਂ। ਹਾਂਜੀ, ਨਹੀਂ ਪਠਾਨਨ ਕੋ ਲਿਏ ਆਗਾ। ਤੇ ਨਹੀਂ ਪਠਾਨਨ ਕੋ ਲਿਏ ਆਗਾ। ਸਾਧ ਸੰਗਤ ਜੀ ਪਠਾਣਾ ਦੀ ਮੂਹਰਲੀ ਫੌਜ ਦੀ ਤਾਬ ਨਾ ਲਾ ਸਕੇ ਉਹ। ਹਾਂਜੀ, ਤਸ਼ਾ ਮੁਛ ਤਰਵਾਰਨ ਕਰਕੇ। ਬਸ ਪਠਾਣਾ ਨੇ ਹਮਾਯੂ ਦੀ ਫੌਜ ਦੇ ਟੋਟੇ ਟੋਟੇ ਕੀਤੇ ਤਲਵਾਰਾਂ ਨਾਲ ਜੀ। ਹਮਾਯੂ ਹੰਕਾਰ ਚ ਆਇਆ ਸੀ ਨਾ। ਹਾਂਜੀ, ਕਾਇਰ ਭਜੇ ਨਾ ਹਿਰਤ ਫਿਰਕੈ। ਬਸ ਫਿਰ ਉਹ ਵੇਖ ਵੇਖ ਉਹਦੀਆਂ ਫੌਜਾਂ ਰਹਿੰਦੀਆਂ ਇੰਜ ਭੱਜੀਆਂ, ਪਿੱਛਾ ਭੌਂ ਕੇ ਵੀ ਨਹੀਂ ਵੇਖਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਤਬ ਹਮਾਊ ਰਾਜਧਾਨੀ ਤਿਆਗੇ। ਲਸ਼ਕਰ ਮਰਿਓ ਚਲਿਓ ਤਬ ਭਾਗੇ। ਫਿਰ ਹਿਮਾਯੂ ਨੇ ਵੇਖਿਆ ਮੇਰੀ ਹਾਰ ਹੋ ਗਈ, ਉਹਨੂੰ ਰਾਜਧਾਨੀ ਛੱਡਣੀ ਪਈ ਜੀ। ਫਿਰ ਲਸ਼ਕਰ ਮਰ ਗਿਆ, ਫੌਜਾਂ ਮਰ ਗਈਆਂ, ਜਿਹੜੀਆਂ ਬਚੀਆਂ ਸਨ ਉਹ ਭੱਜ ਗਈਆਂ। ਇਹ ਤੇ ਹੋਰ ਵੱਡੀ ਮਾੜੀ ਗੱਲ ਸੀ। ਹਾਂਜੀ, ਦਿੱਲੀ ਆਏ ਪਠਾਨਨ ਛੀਨੀ। ਉਹ ਫਿਰ ਸ਼ੇਰ ਸ਼ਾਹ ਸੂਰੀ ਨੇ ਤੇ ਸਲੇਮ ਸ਼ਾਹ ਸੂਰੀ ਨੇ ਸੰਗਤ ਜੀ ਉਹ ਦਿੱਲੀ ਤੇ ਆ ਕੇ ਰਾਜ ਕਰ ਲਿਆ। ਆਪਣੀ ਦੋਹੀ ਫੇਰਨ ਕੀਨੀ। ਉਹਨਾਂ ਸਾਰੇ ਦੇਸ਼ 'ਚ ਦੋਹੀ ਫੇਰ ਦਿੱਤੀ ਵੀ ਹੁਣ ਹਿੰਦੁਸਤਾਨ ਦੇ ਮਾਲਕ ਅਸੀਂ ਹਾਂ। ਵਿਆਕੁਲ ਹੋਵੇ ਹਮਾਯੂ ਤਬ ਕਹਿਓ। ਉਧਰ ਸਾਧ ਸੰਗਤ ਜੀ ਹਿਮਾਯੂ ਵਿਆਕੁਲ ਹੋ ਗਿਆ, ਹਾਰ ਹੋਈ ਸੀ ਨਾ। ਹਾਂਜੀ, ਸੇਵਕ ਨਿਜ ਨਜੀਕ ਜੋ ਲਹਿਓ। ਤੇ ਆਪਣੇ ਨਾਲ ਦੇ ਬੰਦਿਆਂ ਨੂੰ, ਆਪਣੇ ਨਾਲ ਦੇ ਬੰਦਿਆਂ ਨੂੰ, ਸੇਵਕਾਂ ਨੂੰ ਕਹਿਣ ਲੱਗਾ, ਸ਼੍ਰੀ ਨਾਨਕ ਕੋ ਸੇਵਕ ਪੂਰਾ। ਹਾਂਜੀ, ਹੈ ਕਿ ਨਹੀਂ ਗਾਦੀ ਪਰ ਰੂਰਾ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਉਹਨਾਂ ਦਾ ਕੋਈ ਸੇਵਕ ਬੈਠਾ ਹੈ ਕਿ ਨਹੀਂ ਬੈਠਾ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਵੇਖ ਲਓ, ਇਹ ਰਾਜਨੀਤਿਕ ਇਹੋ ਜਿਹੇ ਹੁੰਦੇ ਆ ਜੀ। ਜਦੋਂ ਹਾਰ ਪੈਂਦੀ ਹੈ ਨਾ ਫਿਰ ਗੁਰੂ ਘਰ ਆਉਂਦੇ ਦੌੜ ਕੇ, ਨਹੀਂ ਤੇ ਗੁਰੂ ਘਰ ਨੂੰ ਅੱਖਾਂ ਵਿਖਾਉਣ ਲੱਗ ਪੈਂਦੇ ਆ। ਜਦੋਂ ਹਾਰ ਪੈਂਦੀ ਫਿਰ ਆਉਂਦੇ ਵੀ ਗੁਰੂ ਘਰ। ਹੁਣ ਅੱਗੇ ਤੇ ਕਦੀ ਹਿਮਾਯੂ ਨੂੰ ਗੁਰੂ ਨਾਨਕ ਸਾਹਿਬ ਦਾ ਚੇਤਾ ਨਹੀਂ ਆਇਆ ਜੀ।
ਅੱਜ ਹਾਰ ਪਈ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਚੇਤਾ ਆ ਗਿਆ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਚੇਤਾ ਆ ਗਿਆ। ਹਾਂਜੀ, ਤਿਹ ਸੋ ਕਰਹਿ ਮੇਲ ਹਮ ਜਾਈ। ਕਹਿਣ ਲੱਗੇ ਪਤਾ ਕਰੋ ਵੀ ਉਹਨਾਂ ਦੀ ਥਾਂ ਤੇ ਕੌਣ ਬੈਠਾ ਹੈ, ਉਹਦੇ ਨਾਲ ਜਾ ਕੇ ਮਿਲਾਪ ਕਰੀਏ। ਮਾਮਾ ਪਿਤ ਬਾਬਰ ਤਹਿ ਤੇ ਪਾਈ। ਕਿਉਂ? ਇਸ ਦੇਸ਼ ਵਿੱਚ ਰਾਜ ਜਿਹੜਾ ਸਾਨੂੰ ਮਿਲਿਆ ਉਹ ਮੇਰੇ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਕੋਲੋਂ ਹੀ ਲਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਪਤਾ ਤੇ ਹਿਮਾਯੂ ਨੂੰ ਵੀ ਹੈ, ਪਰ ਇਮਾਨਦਾਰੀ ਪੂਰੀ ਨਹੀਂ ਰੱਖਦੇ ਜੀ। ਹਾਂਜੀ, ਕਹੀ ਪੁਸ਼ਤ ਲਓ ਫੁਰਿਓ ਨਾ ਬੈਨਾ। ਉਹਨਾਂ ਤੇ ਕਿਹਾ ਸੀ ਵੀ ਕਈ ਪੀੜ੍ਹੀਆਂ ਤੱਕ ਬਾਦਸ਼ਾਹੀ ਬਖਸ਼ੀ ਹੈ। ਹਾਂਜੀ, ਬੂਝਹਿ ਤਹਿ ਸੋ ਜਹ ਉਰ ਭੈ ਨਾ। ਤੇ ਫਿਰ ਬਚਨ ਕਿਉਂ ਨਹੀਂ ਪੂਰਾ ਹੋਇਆ? ਤੇ ਮੈਂ ਫਿਰ ਜਾ ਕੇ ਹੁਣ ਉਹਨਾਂ ਨੂੰ ਪੁੱਛਾਂਗਾ। ਤਬ ਵਜ਼ੀਰ ਨੇ ਕਹਾ ਸੁਨਾਈ। ਹਿਮਾਯੂ ਦੇ ਵਜ਼ੀਰ ਨੇ ਅੱਗੋਂ ਇਹ ਗੱਲ ਹਿਮਾਯੂ ਨੂੰ ਕਹੀ। ਗੁਰ ਅੰਗਦ ਬੈਠਿਓ ਤਿਨ ਥਾਈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕਹਿਣ ਲੱਗਾ ਜੀ ਉਹਨਾਂ ਦੀ ਥਾਂ ਤੇ ਹੁਣ ਗੁਰੂ ਅੰਗਦ ਦੇਵ ਸਾਹਿਬ ਬੈਠੇ ਆ। ਹਾਂਜੀ, ਆਰਫ ਕਾਮਲ ਵਲੀ ਵਿਲਾਇਤ। ਉਹ ਪੂਰਨ ਬ੍ਰਹਮ ਗਿਆਨੀ ਨੇ। ਮੁਸਲਮਾਨਾਂ ਦੇ ਵਿੱਚ ਕਹਿੰਦੇ ਆ ਕਾਮਲ, ਪਹੁੰਚ ਵਾਲੇ, ਪੂਰਨ ਬ੍ਰਹਮ ਗਿਆਨੀ ਨੇ, ਬੜੀ ਪਹੁੰਚ ਵਾਲੇ ਆ। ਹਾਂਜੀ, ਮਿਲ ਮਕਸੂਦ ਚਲੋ ਇਹ ਸਾਇਤ। ਤੇ ਚਲੋ ਫਿਰ ਉਹਨਾਂ ਦੇ ਕੋਲ ਚੱਲ ਗਏ। ਉਹ ਤੇ ਹੁਣ ਜਗਤ ਵਿੱਚ ਹੀ ਪ੍ਰਸਿੱਧ ਹੋ ਗਏ ਆ। ਉਹਨਾਂ ਦੇ ਕੋਲ ਚੱਲ ਗਏ, ਉਹ ਤੁਹਾਡੀ ਮੁਰਾਦ ਪੂਰੀ ਕਰਨਗੇ। ਉਹਨਾਂ ਨੂੰ ਮਿਲ ਕੇ ਮੁਰਾਦ ਪੂਰੀ ਹੋ ਜਾਵੇਗੀ। ਭਲੋ ਵਿਚਾਰ ਆਪਨੇ ਕੀਨੋ। ਕਹਿਣ ਲੱਗਾ ਜੀ ਬੜੀ ਭਲੀ ਵਿਚਾਰ ਕੀਤੀ ਤੁਸੀਂ, ਉੱਥੇ ਜਾਣ ਦਾ ਫੁਰਨਾ ਬਣਾਇਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵਿਚਾਰ ਤੇ ਚੰਗੀ ਹੈ, ਪਰ ਹੈ ਸਵਾਰਥੀ ਬੰਦੇ ਸੰਗਤ ਦੀ ਹੈ। ਹਾਂਜੀ, ਬੂਝੋ ਤਿਨ ਇਹ ਪਦ ਜਿਨ ਦੀਨੋ। ਕਹਿਣ ਲੱਗਾ ਉਹਨਾਂ ਨੂੰ ਜਾ ਕੇ ਪੁੱਛੀਏ ਜਿਨ੍ਹਾਂ ਨੇ ਰਾਜ ਗੱਦੀ ਸਾਨੂੰ ਦਿੱਤੀ ਹੈ। ਬਾਬਰ ਮਹਾਰਾਜ ਅੱਗੇ ਝੁਕ ਗਿਆ ਸੀ। ਨਿਮਰਤਾ ਚ ਆਇਆਂ ਨੂੰ ਵੇਖ ਕੇ ਮਹਾਰਾਜ ਨੇ ਰਾਜ ਦਿੱਤਾ ਸੀ। ਤੁਸੀਂ ਕਥਾ ਸੁਣ ਚੁੱਕੇ ਹੋ। ਸੁਨਤ ਖਡੂਰ ਹਮਾਊ ਆਇਓ। ਬਸ ਉਹਨੂੰ ਪਤਾ ਲੱਗਾ ਵੀ ਮਹਾਰਾਜ ਖਡੂਰ ਸਾਹਿਬ ਨੇ ਫੌਜਾਂ ਲੈ ਕੇ ਹਾਥੀ ਤੇ ਚੜ੍ਹ ਕੇ ਤੇ ਹਿਮਾਯੂ ਜਿਹੜਾ ਸੀਗਾ ਉਹ ਸਾਧ ਸੰਗਤ ਜੀ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਆਇਆ। ਸ਼੍ਰੀ ਅੰਗਦ ਜੀ ਜਹਾਂ ਸੁਹਾਇਓ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸਣ ਹੈ। ਹਾਂਜੀ, ਸੰਗ ਬਾਲਕਨ ਖੇਲਤ ਬੈਸੇ। ਉਸ ਸਮੇਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਬਾਲਕਾਂ ਨੂੰ ਗੁਰਮੁਖੀ ਪੜ੍ਹਾ ਰਹੇ ਸਨ, ਵਿਦਿਆ ਸਿਖਾ ਰਹੇ ਸਨ। ਮੇਰੀ ਫਿਰ ਬੇਨਤੀ ਚ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਬਾਣੀ ਨਹੀਂ ਪੜ੍ਹਨੀ ਆਉਂਦੀ। ਮਹਾਰਾਜ ਆਪ ਸਿਖਾ ਰਹੇ ਸਨ ਉਸ ਸਮੇਂ। ਹਾਂਜੀ, ਹਰਖ ਸ਼ੋਕ ਜਿਨ ਮਹਿ ਨਹਿ ਕੈਸੇ। ਮਹਾਰਾਜ ਗਰੀਬ ਨਵਾਜ ਜਿਨ੍ਹਾਂ ਦੇ ਮਨ ਚ ਨਾ ਕੋਈ ਹਰਖ ਹੈ ਨਾ ਸ਼ੋਕ ਹੈ, ਇੱਕ ਰਸ ਬਿਰਤੀ ਹੈ। ਹਾਂਜੀ, ਬੰਧਨ ਠਾਨ ਹਮਾਊ ਖਰਿਓ। ਤੇ ਹਿਮਾਯੂ ਨੇ ਕੀ ਕੀਤਾ ਜੀ? ਹਿਮਾਯੂ ਆਇਆ, ਉਹਨੇ ਮੱਥਾ ਟੇਕਿਆ ਮਹਾਰਾਜ ਨੂੰ ਤੇ ਮੱਥਾ ਟੇਕ ਕੇ ਖਲੋ ਗਿਆ ਜੀ। ਹਾਂਜੀ, ਤਿਸ ਦਿਸ ਰੁਖ ਗੁਰ ਨੈਕ ਨਾ ਕਰਿਓ। ਮਹਾਰਾਜ ਨੂੰ ਪਤਾ ਹੈ ਵੀ ਰਾਜ ਪਦਵੀ ਲੈਣ ਆਇਆ ਸਾਡੇ ਕੋਲ ਦੁਬਾਰਾ, ਤੇ ਧੰਨ ਗੁਰੂ ਅੰਗਦ ਦੇਵ ਜੀ ਨੇ ਰੱਤਾ ਧਿਆਨ ਨਾ ਮਾਰਿਆ ਜੀ। ਹਾਂਜੀ, ਭਾਵੇਂ ਹਾਰਿਆ ਹੋਇਆ ਹੈਗਾ ਤੇ ਬਾਦਸ਼ਾਹੀ ਸੀ ਨਾ ਜੀ। ਤੇ ਉਹਨੇ ਸੰਗਤ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਖਲੋ ਗਿਆ ਤੇ ਮਹਾਰਾਜ ਨੇ ਉਹਦੇ ਵੱਲ ਧਿਆਨ ਹੀ ਨਾ ਮਾਰਿਆ ਜੀ। ਹਾਂਜੀ, ਪਰਚਤ ਰਹੇ ਬਾਲਕਨ ਸਾਥ। ਮਹਾਰਾਜ ਉਹਨਾਂ ਬੱਚਿਆਂ ਨੂੰ ਪੜਾਉਂਦੇ ਰਹੇ ਜੀ ਗੁਰਮੁਖੀ, ਬਾਲਕਾਂ ਨੂੰ ਉਧਰ ਪੜ੍ਹਾ ਰਹੇ ਆ, ਪਤਾ ਹੈਗਾ ਮਹਾਰਾਜ ਨੂੰ। ਹਾਂਜੀ, ਸਭ ਘਟ ਕੀ ਜਾਣਤ ਜਗ ਨਾਥ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸਾਰਿਆਂ ਦੇ ਦਿਲਾਂ ਦੀ ਜਾਣਦੇ ਆ। ਗੱਜ ਕੇ ਆਖੋ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਮਹਾਰਾਜ ਸਭ ਦੇ ਮਨਾਂ ਦੀਆਂ ਜਾਣਨ ਵਾਲੇ, ਪਰ ਮਹਾਰਾਜ ਨੇ ਧਿਆਨ ਨਾ ਮਾਰਿਆ ਜੀ। ਹਾਂਜੀ, ਤਬ ਹਮਾਊ ਮਨ ਕੋਪ ਬਿਸ਼ੇਖਾ। ਵੇਖ ਲੋ ਹਾਰਿਆ ਹੋਇਆ ਫਿਰ ਵੀ ਕ੍ਰੋਧ ਕਿੰਨਾ ਹੈ ਜੀ। ਅਸਲ ਤੇ ਜਿਹੜਾ ਸਾਬਕਾ ਪੁਣਾ ਹੈ ਨਾ, ਇਹ ਨਹੀਂ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਨਹੀਂ ਜਾਂਦਾ ਬੰਦੇ ਦੇ ਅੰਦਰੋਂ। ਕੋਈ ਵਿਰਲਾ ਗੁਰਮੁਖ ਹੋਏਗਾ।
ਹਿਮਾਯੂ ਦੇ ਮਨ 'ਚ ਬੜਾ ਗੁੱਸਾ ਆਇਆ ਜੀ। ਹਾਂਜੀ, ਨਹਿ ਇਸਨੇ ਮੇਰੀ ਦਿਸ਼ ਦੇਖਾ। ਤੇ ਅੰਦਰ ਸਤਕਾਰ ਨਹੀਂ ਰਿਹਾ। ਕਹਿਣ ਲੱਗਾ ਇਹਨਾਂ ਤੇ ਮੇਰੇ ਵੱਲ ਵੇਖਿਆ ਹੀ ਨਹੀਂ। ਹਾਂਜੀ, ਦੁਐ ਘਟਕਾ ਮੈਂ ਠਾਡੋ ਰਹਿਓ। ਲਓ 2 ਘੜੀਆਂ, ਹਾਂਜੀ ਘੰਟਾ 1.5 ਘੰਟੇ ਤੋਂ ਉੱਪਰ ਸਮਾਂ ਖਲੋਤਾ ਰਿਹਾ ਜੀ। ਮਹਾਰਾਜ ਨੇ ਵੀ ਨਹੀਂ ਵੇਖਿਆ ਉਹਦੇ ਵੱਲ ਜੀ। ਹਾਂਜੀ, ਕਛੂ ਪ੍ਰਭਾਵ ਨਾ ਮਨ ਮਹਿ ਲਹਿਓ। ਕਹਿਣ ਲੱਗਾ ਮੇਰਾ ਪ੍ਰਭਾਵ ਹੀ ਕੋਈ ਨਹੀਂ ਪਿਆ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਜਦੋਂ ਬੰਦਾ ਗੁਰੂ ਘਰ ਪ੍ਰਭਾਵ ਆ ਕੇ ਪਾਏਗਾ ਖਾਲੀ ਜਾਏਗਾ। ਮੇਰਾ ਪ੍ਰਭਾਵ ਪਵੇ। ਮੈਂ ਵੇਖਿਆ ਇਥੇ ਬੋਲਣ ਵਾਲੇ ਕਈ ਵਾਰੀ ਫਿਰ ਮਹਾਰਾਜ ਐਸਾ ਲੰਮੇ ਪਾਉਂਦੇ ਆ, ਉੱਠ ਹੀ ਨਹੀਂ ਸਕਦੇ ਜੀ। ਉਹ ਮਹਾਰਾਜ ਗਰੀਬ ਨਵਾਜ ਜੀ ਬਾਰੇ ਸੋਚਦਾ ਵੀ ਮੇਰਾ ਪ੍ਰਭਾਵ ਹੀ ਨਹੀਂ ਇਹਨਾਂ ਕਬੂਲਿਆ ਵੀ ਮੈਂ ਆਇਆ। ਹਾਂ, ਗਇਓ ਰਾਜ ਮੈਂ ਹੋਇਓ ਦੀਨ। ਮੇਰਾ ਰਾਜ ਚਲੇ ਗਿਆ, ਮੈਂ ਨਿਮਰਤਾ ਨਾਲ ਇਹਨਾਂ ਕੋ ਆਇਆ। ਵੇਖ ਲਓ ਨਿਮਰਤਾ ਕਾਹਦੀ, ਹੰਕਾਰ ਹੀ ਆ। ਹਾਂਜੀ, ਪਾਸ ਖਰੋ ਇਨ ਕੀਨ ਨਾ ਚੀਨ। ਪਾਸ ਖਲੋਤਾ, ਕੋਲ ਖਲੋਤਾ, ਪਰ ਇਹ ਧਿਆਨ ਹੀ ਨਹੀਂ ਮਾਰ ਰਹੇ। ਇਹ ਚੰਗੀ ਗੱਲ ਨਹੀਂ ਹੈਗੀ। ਹਾਂਜੀ, ਉਚਿਤ ਮਾਰ ਬੇਰ ਦੇ ਵਿਚਾਰ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਵਾਹਿਗੁਰੂ। ਪਾਪੀ ਮਨ ਦਾ ਕੋਈ ਪਤਾ ਨਹੀਂ ਸੰਗਤ ਜੀ, ਇਹ ਕਿਹੜੇ ਵੇਲੇ ਕੀ ਕੀ ਕਰਨ ਲੱਗ ਪੈਂਦਾ ਜੀ। ਹਮਾਯੂ ਦੀ ਮੱਤ ਇੰਨੀ ਖਰਾਬ ਹੋ ਗਈ, ਇਹਨੇ ਸੋਚਿਆ ਵੀ ਇਹਨਾਂ ਨੂੰ ਤੇ ਮਾਰ ਦੇਣਾ ਚਾਹੀਦਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਬਾਰੇ ਸੋਚਣ ਦਿਆ ਜੀ। ਧਰਿਓ ਹਾਥ ਕਬਜੇ ਤਲਵਾਰ। ਤੇ ਫਿਰ ਕੀ ਕੀਤਾ, ਤਲਵਾਰ ਦੀ ਮੁੱਠ ਤੇ ਹੱਥ ਪਾਇਆ ਜੀ ਉਹਨੇ ਜੀ। ਹਾਂਜੀ, ਹਾਥੋਂ ਖੈਂਚ ਕਰ ਉਰ ਮਹਿ ਠਾਨ ਹੈ। ਤੇ ਮਨ 'ਚ ਵਿਚਾਰ ਬਣਾਈ ਵੀ ਖਿੱਚ ਕੇ ਕੱਢ ਕੇ ਤੇ ਮਾਰ ਦੇਣਾ ਜੀ। ਵੇਖ ਲੋ ਕਿੱਦਾਂ ਦੁਸ਼ਟ ਹੈ ਹਮਾਯੂ ਜੀ। ਸੱਚੇ ਪਾਤਸ਼ਾਹ ਜੀ ਉੱਤੇ ਤਲਵਾਰ ਚਲਾਉਣਾ ਚਾਹੁੰਦਾ ਜੀ। ਕਾਰਨ ਕੀ ਹੈ? ਕਾਰਨ ਵੀ ਮੇਰੇ ਵੱਲ ਵੇਖਿਆ ਨਹੀਂ ਜੀ। ਇਹਨੂੰ ਪਤਾ ਕੀ ਕਹਿੰਦੇ ਜੀ? ਇਹਨੂੰ ਕਹਿੰਦੇ ਕੁੱਤਾ ਬਿਰਤੀ। ਗੱਜ ਕੇ ਆਖੋ ਵਾਹਿਗੁਰੂ। ਐਵੇਂ ਬਿਨਾ ਕਾਰਨ ਹੀ ਕੁੱਤੇ ਪਈ ਜਾਂਦੇ। ਵੇਖੋ ਕੋਈ ਕਾਰਨ ਥੋੜੀ ਹੁੰਦਾ। ਉਹ ਕਈ ਵਾਰੀ ਗੱਡੀ 'ਚ ਬੈਠੀ ਤੇ ਐਵੇਂ ਨਜਾਇਜ਼ ਹੀ ਭੱਜੀ ਜਾਂਦੇ ਆ। ਇਹ ਵੀ ਐਵੇਂ ਹੀ ਬਿਨਾ ਕਾਰਨ ਤੋਂ। ਫਿਰ ਕੀ ਖਲੋਤਾ ਰਹਿ ਸਤਿਗੁਰੂ ਜੀ ਨੇ। ਹਾਂਜੀ, ਤਬ ਮੋਕਹੁ ਇਹੋ ਸ਼ਾਹੋ ਪਛਾਨ ਹੈ। ਕਹਿਣ ਲੱਗਾ ਤਲਵਾਰ ਖਿੱਚ ਕੇ ਮਾਰਾਂਗਾ, ਫਿਰ ਪਤਾ ਲੱਗੂਗਾ ਵੀ ਮੈਂ ਆਇਆ ਹੈ। ਬਾਦਸ਼ਾਹ ਮੈਨੂੰ ਫਿਰ ਸਮਝਣਗੇ। ਹਾਂਜੀ, ਉਦੈ ਭਇਓ ਐਚਨ ਕੋ ਜਬੈ। ਬਾਦਸ਼ਾਹ ਨੇ ਕੀ ਕੀਤਾ? ਬਾਦਸ਼ਾਹ ਨੇ ਫਿਰ ਮਿਆਨ ਚੋਂ ਤਲਵਾਰ ਜਦੋਂ ਕੱਢਣ ਲੱਗਾ, ਮੁਸ਼ਟ ਸੰਗ ਕਰ ਚਮਟਿਓ ਤਬੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਹੱਥ ਤਲਵਾਰ ਦੇ ਨਾਲ ਹੀ ਜੁੜ ਗਿਆ ਜੀ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹੱਥ ਤਲਵਾਰ ਦੇ ਨਾਲ ਹੀ ਜੁੜ ਗਿਆ ਜੀ, ਉਹ ਮੁੱਠੇ ਦੇ ਨਾਲ ਹੀ ਜੀ। ਹਾਂਜੀ, ਇਤ ਉਤ ਹੋਤ ਨਾ ਰਹੇ ਉਹ ਹਿਲਾਏ। ਉਧਰੋਂ ਤਲਵਾਰ ਨਾ ਨਿਕਲੇ, ਇਧਰੋਂ ਹੱਥ ਜੁੜ ਗਿਆ ਜੀ ਉਹਦਾ ਨਾਲ। ਬੜਾ ਹੱਥ ਵੀ ਹਿਲਾਵੇ, ਤਲਵਾਰ ਵੀ ਕੱਢੇ, ਕੋਈ ਗੱਲ ਹੀ ਨਾ ਬਣੇ। ਹਾਂਜੀ, ਸਾਰੋ ਬਲ ਹਾਰਿਓ ਸੁਲਗਾਏ। ਲਓ ਉੱਥੇ ਖਲੋਤਾ ਸਾਰਾ ਹੀ ਬਲ ਲਾ ਬੈਠਾ ਜੀ। ਜ਼ੋਰ ਲਾਇਆ ਪਰ ਹਾਰ ਗਿਆ ਜੀ। ਹਾਰ ਗਿਆ। ਹਾਂਜੀ, ਪੁਨ ਮੂਰਖ ਪਛਤਾਵਨ ਲਾਗਾ। ਉਹਨੇ ਵੇਖਿਆ ਮੇਰੀ ਤਲਵਾਰ ਮੈਂ ਅੰਦਰ ਪਾਈ, ਹੁਣ ਕੀ ਗੱਲ ਨਿਕਲਦੀ ਨਹੀਂ। ਨਾਲੇ ਹੱਥ ਚਿਪਟ ਗਿਆ ਨਾਲ। ਤੇ ਪਿਆਰਿਓ ਫਿਰ ਮੂਰਖ ਪਛਤਾਉਣ ਲੱਗਾ ਜੀ। ਹਾਂਜੀ, ਕਰਿਓ ਖੋਟ ਮੈਂ ਹੁਤੋ ਅਭਾਗਾ। ਵੀ ਮੈਂ ਹੀ ਮੂਰਖ ਹਾਂ, ਮੈਂ ਖੋਟ ਕੀਤੀ ਹੈ, ਇਹਨਾਂ ਨੂੰ ਮਾਰਨਾ ਚਾਹਿਆ ਹੈ। ਹਾਂਜੀ, ਤਬ ਸ਼੍ਰੀ ਅੰਗਦ ਕਰ ਉਤ ਨੈਣ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਕੀ ਕੀਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ? ਫਿਰ ਨੇਤਰ ਕੀਤੇ ਜੀ। ਜਦੋਂ ਪਛਤਾਇਆ ਨਾ ਮਨ 'ਚ ਵੀ ਮੈਂ ਤੇ ਗਲਤ ਕਰ ਰਿਹਾ ਸਾਂ, ਇਹ ਤੇ ਵਾਕਈ ਪੂਰਨ ਨੇ। ਤੇ ਬੰਦਾ ਉਨੀ ਚਿਰ ਤੱਕ ਪਛਾਣਦਾ ਹੀ ਨਹੀਂ ਸੰਗਤ ਜੀ, ਜਿੰਨਾ ਚਿਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਕੁਝ ਕਰਕੇ ਨਾ ਵਿਖਾਉਣ, ਉਹਨਾਂ ਚਿਰ ਤੱਕ ਹਉਮੈ ਕਿੱਥੋਂ ਛੱਡਦਾ ਬੰਦਾ ਜੀ। ਮਹਾਰਾਜ ਨੇ ਉਹਦੇ ਵੱਲ ਵੇਖਿਆ ਜੀ ਫਿਰ। ਹਾਂਜੀ, ਦੀਨ ਭਇਓ ਪਿਖ ਉਚਰੇ ਬੈਨ। ਤੇ ਝੂਰੰਦਿਆ ਸੀ ਮਨ 'ਚ ਜੀ। ਇੱਕ ਉਧਰੋਂ ਵੀ ਹਾਰ ਗਿਆ, ਇਧਰੋਂ ਵੀ ਅਵਗਿਆ ਕਰਨ ਦੀ ਸੋਚੀ ਦੀ।
ਤੇ ਝੂਰਦੇ ਹੋਏ ਨੂੰ ਵੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ। ਸ਼ੇਰ ਸ਼ਾਹ ਸੋ ਕਛ ਨਾ ਬਸਾਇਓ, ਹਾਂਜੀ। ਖੜਗ ਹਤਨ ਹਮ ਪਰ ਚੱਲ ਆਇਓ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸ਼ੇਰ ਸ਼ਾਹ ਦੇ ਉੱਤੇ ਤੇ ਵਸ ਨਹੀਂ ਚੱਲਿਆ, ਤੇ ਸਾਨੂੰ ਤਲਵਾਰ ਮਾਰਨ ਵਾਸਤੇ ਇੱਥੇ ਆ ਗਏ ਆ। ਹਾਂਜੀ। ਕਾਇਰ ਭਇਓ ਭਾਜ ਕਰ ਆਵਾ। ਮਹਾਰਾਜ ਕਹਿੰਦੇ ਡਰਪੋਕ ਉਥੋਂ ਤੇ ਡਰਦਾ ਹੋਇਆ ਭੱਜ ਕੇ ਆ ਗਿਆ। ਹਮਹਿ ਸੂਰਤਾ ਚਾਹੈ ਦਿਖਾਵਾ। ਸਾਨੂੰ ਬਹਾਦਰੀ ਵਿਖਾ ਰਿਹਾ, ਸਾਨੂੰ ਆਪਣੀ ਬਹਾਦਰੀ ਵਿਖਾਉਣਾ ਚਾਹੁੰਦਾ ਹੈ। ਹਾਂਜੀ। ਤਬ ਹਮਾਊ ਬਹੁ ਬਿਨਤੀ ਠਾਨੀ। ਬਸ ਹਿਮਾਯੂ ਨੂੰ ਪਤਾ ਲੱਗ ਗਿਆ ਵੀ ਇਹ ਤੇ ਅੰਤਰਜਾਮੀ ਹੈ। ਹਿਮਾਯੂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਬੇਨਤੀ ਕੀਤੀ ਜੀ। ਹਾਂਜੀ। ਸਿਮਹੁ ਗੁਰੂ ਮੈਂ ਬੜ ਅਨਜਾਨੀ। ਕਹਿੰਦਾ ਮਹਾਰਾਜ ਮਾਫ ਕਰ ਦਿਓ, ਅਣਜਾਣ ਹਾਂ, ਮੇਰੇ ਕੋਲੋਂ ਭੁੱਲ ਹੋ ਗਈ ਹੈ। ਹਾਂਜੀ। ਸ਼੍ਰੀ ਨਾਨਕ ਥੇ ਜਾਤ ਖੁਦਾਏ, ਹਾਂਜੀ। ਤਿਨ ਕੀ ਬਖਸ਼ਸ ਹੋਤ ਬਿਲਾਏ। ਕਹਿਣ ਲੱਗਾ ਅਸਲ ਵਿੱਚ ਗੁਰੂ ਨਾਨਕ ਸਾਹਿਬ ਆਪ ਖੁਦਾ ਰੂਪ ਸਨ, ਉਹਨਾਂ ਦੀ ਬਖਸ਼ਿਸ਼ ਹੁਣ ਬਿਲਾਏ ਮੁੱਕ ਰਹੀ ਹੈ, ਖਤਮ ਹੋ ਰਹੀ ਹੈ। ਹਾਂਜੀ। ਇਹ ਕਿਆ ਕਾਰਨ ਬੂਝਨ ਆਵਾ। ਮਹਾਰਾਜ ਉਹ ਬਖਸ਼ਿਸ਼ ਕਿਉਂ ਮੁੱਕ ਗਈ ਹੈ ਸਾਡੀ ਕੁੱਲ ਤੇ, ਇਹ ਮੈਂ ਪੁੱਛਣ ਵਾਸਤੇ ਆਇਆ ਹਾਂ। ਤੁਮ ਸੋ ਉਨ ਕਉ ਭੇਦ ਨਾ ਪਾਵਾ। ਤੁਮ ਸੋ ਉਨ ਕੋ ਭੇਦ ਨਾ ਪਾਵਾ। ਮਹਾਰਾਜ ਤੁਹਾਡੇ ਵਿੱਚ ਤੇ ਉਹਨਾਂ 'ਚ ਕੋਈ ਭੇਦ ਨਹੀਂ ਹੈ, ਤੁਸੀਂ ਵੀ ਉਹਨਾਂ ਦਾ ਰੂਪ ਹੋ। ਮੈਂ ਵੇਖ ਲਿਆ, ਮਨ ਦੀਆਂ ਜਾਣਦੇ, ਦਿਲਾਂ ਦੀਆਂ ਜਾਣਨ ਵਾਲੇ ਹੋ। ਹਾਂਜੀ। ਸ਼੍ਰੀ ਅੰਗਦ ਸੁਨ ਕੇ ਕਹਿ ਬਾਨੀ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੁਣ ਕੇ ਕਹਿਣ ਲੱਗੇ, ਬਚਨ ਕੀਤਾ। ਕਛੂ ਬੇਅਦਲੀ ਕੀਨ ਮਹਾਨੀ। ਮਹਾਰਾਜ ਕਹਿੰਦੇ ਤੁਸੀਂ ਬੇਇਨਸਾਫੀ ਕੀਤੀ ਕਿਸੇ ਨਾਲ। ਗੱਜ ਕੇ ਆਖੋ ਵਾਹਿਗੁਰੂ। ਐਵੇਂ ਨਹੀਂ ਪ੍ਰਤਾਪ ਘਟਦਾ, ਕਿਸੇ ਨਾਲ ਬੇਇਨਸਾਫੀ ਕੀਤੀ ਹੈ। ਹਾਂਜੀ। ਜਾਂ ਤੇ ਭਇਓ ਹੋਤ ਤ੍ਰਿਸਕਾਰਾ। ਇਸ ਕਰਕੇ ਤੁਹਾਡੀ ਨਰਾਦਰੀ ਹੋ ਰਹੀ ਹੈ, ਤੁਹਾਡੀ ਨਰਾਦਰੀ ਹੋ ਰਹੀ ਹੈ। ਮਹਾਰਾਜ ਕਹਿਣ ਲੱਗੇ ਹਾਂਜੀ। ਅਬ ਜੇ ਧਰਤ ਨ ਕਰ ਤਰਵਾਰਾ। ਤੇ ਸੁਣ ਤੂੰ ਇੱਥੇ ਆ ਕੇ ਖਲੋਤਾ ਸਾਂ, ਜੇ ਕੁਝ ਸਮਾਂ ਹੋਰ ਖਲੋਤਾ ਰਹਿਣਾ ਤੇ ਤਲਵਾਰ ਦੀ ਮੁੱਠੀ ਤੇ ਹੱਥ ਨਾ ਧਰਦਾ। ਹਾਂਜੀ। ਤਉ ਪਾਤਸ਼ਾਹਤ ਅਬਹਿ ਪਾਵਤ। ਹਾਂਜੀ। ਦਰਸ਼ਨ ਕਉ ਫਲ ਆਨੰਦ ਵਧਾਵਤ। ਮਹਾਰਾਜ ਕਹਿੰਦੇ ਤੂੰ ਸਾਡੇ ਦਰਸ਼ਨ ਕਰ ਰਿਹਾ ਸਾਂ, ਤੇ ਜੇ ਕੁਝ ਸਮਾਂ ਹੋਰ ਖਲੋਤਾ ਰਹਿੰਦਾ ਤੈਨੂੰ ਦਰਸ਼ਨਾਂ ਦਾ ਫਲ ਦੇ ਦੇਣਾ ਸੀ, ਹੁਣੇ ਮੁੜ ਫਿਰ ਬਾਦਸ਼ਾਹ ਬਣਾ ਦੇਣਾ ਸੀ। ਗੱਜ ਕੇ ਆਖੋ ਵਾਹਿਗੁਰੂ। ਸਭ ਕੁਛ ਕਰਤਾ ਵਸ ਹੈ, ਤੇ ਮਹਾਰਾਜ ਕਰਤਾ ਪੁਰਖ ਹੀ ਨੇ, ਉਹਦਾ ਰੂਪ ਨੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਹੁਣੇ ਮਿਲ ਜਾਣੀ ਸੀ ਜੇ ਤੂੰ ਧੀਰਜ ਰੱਖਦਾ। ਅਸਲ ਵਿੱਚ ਬੰਦੇ ਦੇ ਹੱਥ ਵਸ ਨਹੀਂ ਹੈਗਾ ਸੰਗਤ ਜੀ। ਹਾਂਜੀ। ਜਾਏ ਵਿਲਾਇਤ ਅਬ ਫਿਰ ਆਵੋ। ਮਹਾਰਾਜ ਕਹਿੰਦੇ ਕੋਈ ਨਹੀਂ, ਫਿਰ ਵੀ ਤੂੰ ਸਾਡੇ ਕੋਲ ਆਇਆ। ਵੇਖੋ ਮਹਾਰਾਜ ਕਿੰਨੇ ਦਿਆਲੂ ਨੇ। ਮਹਾਰਾਜ ਕਹਿਣ ਲੱਗੇ ਜਾ ਵਿਲਾਇਤ ਹੋਆ। ਉਦੋਂ ਵਿਲਾਇਤ ਕਿਹਨੂੰ ਕਹਿੰਦੇ ਸਨ? ਉਰੋਂ ਅਫਗਾਨਿਸਤਾਨ ਨੂੰ, ਤੁਰਕਸਤਾਨ ਨੂੰ, ਫਿਰ ਈਰਾਨ ਨੂੰ, ਇਹਨਾਂ ਦੇਸ਼ਾਂ ਨੂੰ ਵਿਲਾਇਤ ਕਹਿੰਦੇ ਸਨ। ਮਹਾਰਾਜ ਕਹਿੰਦੇ ਜਾ ਹੁਣ ਘੜੀ ਵਿਲਾਇਤ ਹੋਆ। ਹਾਂਜੀ। ਛਤਰ ਤਖਤ ਦਿੱਲੀ ਪੁਨ ਪਾਵੋ। ਫਿਰ ਆਈ। ਮਹਾਰਾਜ ਕਹਿੰਦੇ ਫਿਰ ਤੈਨੂੰ ਤਖਤ ਮਿਲ ਜਾਵੇਗਾ, ਮਿਲ ਜਾਵੇਗਾ। ਹਾਂਜੀ। ਸੁਨ ਇਮ ਗਇਓ ਵਿਲਾਇਤ ਥਾਨ। ਇਹ ਸੁਣ ਕੇ ਹਿਮਾਯੂ ਨੇ ਬਚਨ ਮੰਨਿਆ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ, ਤੇ ਵਿਲਾਇਤ ਚਲੇ ਗਿਆ। ਫਿਰ ਵੀ ਭਲਾ ਹੋਇਆ ਜੀ ਇਹਦਾ। ਹਾਂਜੀ। ਤਹ ਤੇ ਲਸ਼ਕਰ ਲੀਨ ਮਹਾਨ। ਤਹ ਤੇ ਲਸ਼ਕਰ ਲੀਨ ਮਹਾਨ। ਉੱਥੋਂ ਫੌਜਾਂ ਲੈ ਗਿਆ ਆਪਣੀਆਂ ਸਾਰੀਆਂ ਜੀ। ਹਾਂਜੀ। ਹਿੰਦੁਸਤਾਨ ਕਰੀ ਸਰ ਆਏ। ਤੇ ਫਿਰ ਸਮਾਂ ਪਿਆ, ਇਹਨੇ ਆ ਕੇ ਹਮਲਾ ਕੀਤਾ। ਸਤਿਗੁਰੂ ਦੀ ਮਿਹਰ ਵਰਤੀ ਜੀ। ਸੰਗਤ ਦੀ ਖੇਡ ਤੇ ਪਿੱਛੋਂ ਵਰਤਣੀ ਹੈ। ਜਿੰਨਾ ਚਿਰ ਤੱਕ ਪਿੱਛੋਂ ਮਿਹਰ ਨਾ ਵਰਤੇ, ਜਿੱਤੀ ਹੋਈ ਜੰਗ ਵੀ ਬੰਦਾ ਹਾਰ ਜਾਂਦਾ ਹੈ, ਤੇ ਪਿੱਛੋਂ ਮਿਹਰ ਵਰਤ ਜੇ ਹਾਰੀ ਹੋਈ ਜੰਗ ਵੀ ਬੰਦਾ ਜਿੱਤ ਜਾਂਦਾ ਹੈ। ਖੇਡ ਤੇ ਪਿੱਛੋਂ ਵਰਤਣੀ ਸੀ।
ਮਹਾਰਾਜ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ। ਜਦੋਂ ਹਿਮਾਯੂ ਵਾਪਸ ਆਇਆ, ਕੁਝ ਸਮੇਂ ਬਾਅਦ ਉਹਨੇ ਆ ਕੇ ਹਮਲਾ ਕੀਤਾ। ਉਹ ਸ਼ੇਰ ਸ਼ਾਹ ਸੂਰੀ ਤੇ ਸਲੇਮ ਸ਼ਾਹ ਸੂਰੀ ਜਿਹੜੇ ਉਹ ਹਾਰ ਗਏ ਜੀ, ਹਾਰ ਗਏ। ਹਿੰਦੁਸਤਾਨ ਕਰੀ ਸਰ ਆਏ, ਆ ਕੇ ਹਿੰਦੁਸਤਾਨ ਫਿਰ ਇਹਨੇ ਜਿੱਤ ਲਿਆ, ਫਤਿਹ ਪ੍ਰਾਪਤ ਕੀਤੀ ਇਹਨੇ ਆ ਕੇ। ਹਾਂਜੀ। ਖਾਨ ਨਾਮ ਸਭ ਹਿਨ ਮਰਵਾਏ, ਤੇ ਪਠਾਨ ਖਾਨ ਜਿੰਨੇ ਸਨ ਸਾਰੇ ਮਰਵਾ ਦਿੱਤੇ ਜੀ ਇਹਨੇ ਜੀ, ਮਰਵਾ ਦਿੱਤੇ ਜੀ। ਹਾਂਜੀ। ਦੋਹਰਾ ਸਤਿਗੁਰ ਬੇਪਰਵਾਹ ਨਿਤ, ਰਾਗ ਦਵੈਸ ਚਿਤ ਨਾਹੇ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੇ ਬਾਰੇ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹੈ। ਕਹਿੰਦੇ ਭਾਈ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਪਰਵਾਹ ਹਨ। ਵਾਹਿਗੁਰੂ, ਗੱਜ ਕੇ ਆਖੋ ਵਾਹਿਗੁਰੂ। ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਖ ਸੁਆਮੀ। ਬੇਪਰਵਾਹ ਹਨ, ਸਦਾ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਹੈ। ਕੋਈ ਮਾਣ ਨਹੀਂ ਹੈ, ਕੋਈ ਮੋਹ ਨਹੀਂ ਹੈ। ਮਾਨ ਮੋਹ ਅਰ ਲੋਭ ਵਿਕਾਰਾ, ਬਿਓ ਚੀਤ ਨਾ ਘਾਲਿਓ। ਕੋਈ ਮਨ ਵਿੱਚ ਮਾਣ ਨਹੀਂ ਹੈ, ਮੋਹ ਨਹੀਂ ਹੈ, ਤੇ ਫਿਰ ਦਵੈਸ਼ ਵੀ ਨਹੀਂ ਹੈ, ਵੈਰ ਵੀ ਨਹੀਂ ਕਿਸੇ ਨਾਲ। ਵੇਖ ਲਓ, ਉਹੋ ਹੀ ਆ ਤਲਵਾਰ ਤੇ ਹੱਥ ਪਾ ਕੇ ਬੈਠਾ ਸੀ, ਤੇ ਮਹਾਰਾਜ ਚਾਹੁੰਦੇ ਤੇ ਉੱਥੇ ਸਵਾਹ ਹੋ ਸਕਦਾ ਸੀ ਹਿਮਾਯੂ। ਸਤਿਗੁਰੂ ਬੜੇ ਵੱਡੇ ਹੈ। ਮੈਂ ਇਤਿਹਾਸ ਦਾ ਇੱਕ ਬੋਲ ਕਹਿ ਕੇ ਖਿਮਾ ਮੰਗ ਲੈਣੀ। ਗੁਰੂ ਸਾਹਿਬ ਬੜੇ ਵੱਡੇ, ਗੁਰੂ ਦੇ ਸਿੱਖ ਨਹੀਂ ਮਾਣ, ਸਿੱਖ ਨਹੀਂ ਮਾਣ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਦੇ ਸਮੇਂ ਇੱਕ ਗੁਰਮੁਖ ਹੋਏ ਆ ਜਿਨ੍ਹਾਂ ਦਾ ਨਾਮ ਸੀ ਠਾਕਰ ਜੀ। ਬੜੇ ਭਗਤੀ ਵਾਲੇ, ਉਮਰ ਲੰਬੀ ਸੀਗੀ, ਵੱਡੀ ਸੀ, ਤੇ ਸਰੀਰ 12 ਸਾਲਾਂ ਦਾ ਸੀਗਾ। 12 ਸਾਲ ਦੇ ਬੱਚੇ ਦਾ ਜਿਵੇਂ ਸਰੀਰ ਹੁੰਦਾ ਉਵੇਂ ਸਰੀਰ ਸੀ। ਇੱਕ ਜੋਗੀ ਉਹ ਮਹਾਰਾਜੇ ਰਣਜੀਤ ਸਿੰਘ ਦੇ ਕੋਲ ਆਇਆ। ਸ਼ੇਰੇ ਪੰਜਾਬ ਨੇ ਉਹਦਾ ਸਤਿਕਾਰ ਕੀਤਾ। ਉਹ ਅਕਸਰ ਹੀ ਇਹ ਗੱਲ ਪੁੱਛਦਾ ਹੁੰਦਾ ਸੀ ਵੀ ਕੋਈ ਹੈ ਇਹੋ ਜਿਹਾ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਪੂਰਾ ਹੋਵੇ। ਸ਼ਕਤੀਆਂ ਮੈਂ ਬੜੀਆਂ ਸੁਣੀਆਂ ਵਰਤਦੀਆਂ, ਗੁਰੂਆਂ 'ਚ ਬੜੀਆਂ ਸ਼ਕਤੀਆਂ, ਕੋਈ ਹੈ ਵਿਖਾਉਣ ਵਾਲਾ? ਸ਼ੇਰੇ ਪੰਜਾਬ ਕਹਿਣ ਲੱਗਾ, ਮੈਂ ਸਮਾਂ ਪਾ ਕੇ ਠਾਕਰ ਜੀ ਦੇ ਕੋਲ ਜਾਣਾ, ਤੁਸੀਂ ਮੇਰੇ ਨਾਲ ਚੱਲ ਪਿਓ। ਉਹ ਆਇਆ। ਰਸਤੇ ਦੇ ਵਿੱਚ ਜਦੋਂ ਤੈਅ ਕਰਦੇ ਰਸਤਾ, ਜਦੋਂ ਨੇੜੇ ਪਹੁੰਚੇ ਤੇ ਜੋਗੀ ਨੇ ਸ਼ੇਰੇ ਪੰਜਾਬ ਨੂੰ ਪਹਿਲਾਂ ਭੇਟ ਦਿੱਤਾ। ਕਹਿਣ ਲੱਗਾ, ਉਹ ਛੋਟੀ ਉਮਰ ਦੇ ਹੈ, ਸੁਣਿਆ 12 ਸਾਲਾਂ ਦੇ ਹੈ, ਮੈਂ ਵੱਡੀ ਉਮਰ ਦਾ ਹਾਂ, ਮੈਂ ਥੋੜ੍ਹੀ ਮੱਥਾ ਟੇਕਾਂਗਾ ਉਹਨਾਂ ਨੂੰ ਜਾ ਕੇ, ਤੇ ਮੈਂ ਮੁੜ ਜਾਣਾ। ਜਦੋਂ ਮੈਂ ਜਾਵਾਂਗਾ ਸ਼ੇਰੇ ਪੰਜਾਬ ਨੇ ਵੇਖ ਕੇ ਮੈਨੂੰ ਖਿਲਾਉਣਾ, ਤੇ ਠਾਕਰ ਜੀ ਵੀ ਵੇਖ ਕੇ ਉੱਠ ਕੇ ਖਿਲਾਉਣਗੇ। ਕੁਝ ਸਮੇਂ ਬਾਅਦ ਉਹ ਆਇਆ, ਸ਼ੇਰੇ ਪੰਜਾਬ ਬੈਠਾ। ਠਾਕਰ ਜੀ ਨੇ ਇਸ਼ਾਰਾ ਕੀਤਾ, ਨਹੀਂ ਉੱਠਣਾ ਨਹੀਂ। ਕਹਿੰਦੇ ਹੁਣੇ ਹੀ ਆ ਜਿਹੜਾ ਢੋਲ ਫੁੱਲਿਆ ਨਾ, ਇਹਦੀ ਫੂਕ ਨਿਕਲਣੀ ਹੈ। ਤੇ ਆ ਕੇ ਸਾਧ ਸੰਗਤ ਦੀ ਉਹਨੇ ਤਰਕ ਕੀਤੀ। ਕਹਿੰਦਾ, ਬਾਲਕੇ ਉਮਰ ਕਿੰਨੀ ਹੈ, ਕਿੱਥੇ ਰਹਿੰਦੇ ਹੋ? ਤੇ ਠਾਕਰ ਜੀ ਨੂੰ ਪਤਾ ਸੀ ਵੀ ਇਹ ਗੁਰੂ ਘਰ ਉੱਤੇ ਤਰਕ ਕਰਦਾ ਹੈ। ਉਹਨਾਂ ਕੀ ਕੀਤਾ, ਉਹਨਾਂ ਦੇ ਹੱਥ 'ਚ ਛੜੀ ਸੀ, ਛੜੀ ਘੁਮਾ ਕੇ ਚੰਗੀ ਤਰ੍ਹਾਂ ਦੇ ਨਾਲ ਸਾਹਮਣੇ ਖੜੀ ਕਰ ਦਿੱਤੀ, ਤੇ ਛੜੀ ਦੇ ਉੱਤੇ ਇੱਕ ਪਾਣੀ ਦੀ ਬੂੰਦ ਸੀ। ਬਸ ਜਦੋਂ ਉਹਨੇ ਉਹਦੇ ਵੱਲ ਵੇਖਿਆ ਨਾ ਜੋਗੀ ਨੇ, ਤੇ ਜੋਗੀ ਨੂੰ ਉਸੇ ਵੇਲੇ ਹੀ ਜੋਗੀ ਪੱਥਰ ਦਾ ਹੀ ਬਣ ਗਿਆ ਜੀ। ਜਦੋਂ ਉਹ ਜੋਗੀ ਪੱਥਰ ਬਣ ਗਿਆ, ਮਹਾਰਾਜਾ ਰਣਜੀਤ ਸਿੰਘ ਨੇ ਆ ਬੇਨਤੀ ਕੀਤੀ ਵੀ ਇਹਨੂੰ ਬਖਸ਼ ਦਿਓ। ਉਹ ਕਹਿਣ ਲੱਗੇ, ਤਰਕ ਕਰਦਾ ਸੀ, ਸਾਨੂੰ ਪੁੱਛਦਾ ਸੀ। ਕਹਿੰਦੇ, ਮਹਾਰਾਜ ਤੇ ਬੜੇ ਵੱਡੇ, ਅਸੀਂ ਸੇਵਕ ਹਾਂ। ਜਿਨ੍ਹਾਂ ਸਮੁੰਦਰਾਂ 'ਚ ਗੁਰੂ ਨੇ ਸਾਨੂੰ ਰੱਖਿਆ, ਉਹਦੀ ਤੇ ਪਾਣੀ ਦੀ ਬੂੰਦ ਨਹੀਂ ਇਹ ਸਹਿ ਸਕਿਆ। ਜੇ ਗੁਰੂ ਅੰਗਦ ਦੇਵ ਸਾਹਿਬ ਤੇ ਮਾਲਕ ਹੈ, ਪਾਤਸ਼ਾਹ ਨੇ, ਰੱਬ ਨੇ, ਜੇ ਗੁਰੂ ਅੰਗਦ ਸਾਹਿਬ ਮਹਾਰਾਜ ਚਾਹੁੰਦੇ ਨਾ, ਖੜੇ ਖਲੋਤੇ ਨੂੰ ਸਵਾਹ ਕਰ ਸਕਦੇ ਸੀਗੇ। ਪਰ ਸਤਿਗੁਰਾਂ ਦੇ ਮਨ 'ਚ ਵੈਰ ਨਹੀਂ ਹੈ।
ਵੇਖੋ ਕਿੱਡੀ ਵੱਡੀ ਤਾਕਤ ਹੈ। ਤਾਕਤ ਹੁੰਦੇ ਹੋਇਆਂ ਵੀ ਜਰਨਾ। ਸਤਿਗੁਰ ਬੇਪਰਵਾਹੋ ਨਿਤ ਰਾਗ ਦਵੈਸ਼ ਚਿਤ ਨਾਹੇ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਇਸ ਤਰੀਕੇ ਨਾਲ ਸਦਾ ਬੇਪਰਵਾਹ ਰਹਿੰਦੇ ਆ। ਉਹਨਾਂ ਦੇ ਮਨ ਵਿੱਚ ਕੋਈ ਮੋਹ ਨਹੀਂ ਹੈ, ਕੋਈ ਵੈਰ ਨਹੀਂ ਹੈ। ਕਰਹਿ ਭਾਵਨਾ ਪਾਏ ਜਿਮ ਜੇ ਨਰ ਚਲ ਟਿਗ ਜਾਹੇ। ਜੋ ਜਿਸ ਤਰੀਕੇ ਦੀ ਭਾਵਨਾ ਰੱਖ ਕੇ ਮਹਾਰਾਜ ਦੇ ਕੋਲ ਆਉਂਦਾ ਹੈ, ਸੱਚੇ ਪਾਤਸ਼ਾਹ ਉਹੋ ਜਿਹੀ ਉਹਦੀ ਭਾਵਨਾ ਪੂਰੀ ਕਰ ਦਿੰਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਸੰਗਤ ਜੀ ਵੱਡੀ ਭਾਵਨਾ ਰੱਖਿਆ ਕਰੀਏ ਮਹਾਰਾਜ ਉੱਤੇ। ਸਤਿਗੁਰ ਮੇਰਾ ਪੂਰਾ, 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 ਸਤਿਗੁਰ ਮੇਰਾ ਪੂਰਾ। ਸੱਚੇ ਪਾਤਸ਼ਾਹ ਪੂਰਨ ਹਨ। ਐਸੀ ਭਾਵਨਾ ਰੱਖਣੀ ਚਾਹੀਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।